Yes, please. Let us start. Good morning, everyone. Today we will discuss paper number 6, NAFCILA examination. Paper number 6, Civil Procedure Code 1908. Today we will discuss from section number 25. अपने अपनी books निकालो जी. Civil Procedure Code CPC. CPC books from section 25 onward. Section 25. Power of Supreme Court to transfer the suits. ਦੇਖੋ ਕੋਈ ਵਿਅਕਤੀ ਕੋਈ ਵੀ ਕਹਿ ਸਕਦਾ ਹੈ ਵੀ ਮੈਨੂੰ ਇਸ ਕੋਰਟ ਤੋਂ ਇਨਸਾਫ ਮਿਲਣ ਦੀ ਉਮੀਦ ਨਹੀਂ ਹੈ, ਜਾਂ ਕਿਸੇ ਨੂੰ ਲੱਗਦਾ ਹੈ ਕੋਈ ਕਿਸੇ ਨੂੰ ਕੋਈ ਗਲਤਫਹਿਮੀ ਹੋ ਜਾਂਦੀ ਹੈ ਜਾਂ ਸਹੀ ਫਹਿਮੀ ਹੋ ਜਾਂਦੀ ਹੈ, ਗਲਤਫਹਿਮੀ ਹੋ ਜਾਂਦੀ ਹੈ। ਬੇਸ਼ੱਕ ਕੋਈ ਕਹਿੰਦਾ ਵੀ ਮੈਨੂੰ ਇਸ ਕੋਰਟ ਦੇ ਵਿੱਚੋਂ ਇਨਸਾਫ ਮਿਲਣ ਦੀ ਸੰਭਾਵਨਾ ਨਹੀਂ ਹੈ, ਜਾਂ ਇਸ ਕੋਰਟ ਦੇ ਵਿੱਚ ਕਿਸੇ ਦੂਜੀ ਪਾਰਟੀ ਨੇ ਅਪਰੋਚ ਕਰ ਲਈ ਹੈ, ਠੀਕ ਹੈ, ਜਾਂ ਇਹ ਕੋਰਟ ਜਿਹੜੀ ਹੈਗੀ ਹੈ ਮੇਰੇ ਹੱਕ ਦੇ ਵਿੱਚ ਫੈਸਲਾ ਜਾਂ ਇਨਸਾਫ ਨਹੀਂ ਕਰੇਗੀ। ਇਸ ਕਰਕੇ ਕੋਈ ਵੀ ਵਿਅਕਤੀ ਇਹ ਪ੍ਰੋਵੀਜ਼ਨ ਹੈ ਸੁਪਰੀਮ ਕੋਰਟ ਨੂੰ ਕਿਸੇ ਵੀ ਸਟੇਟ ਦੇ ਵਿੱਚ, ਕਿਸੇ ਵੀ ਸਟੇਟ ਦੀ ਹਾਈ ਕੋਰਟ ਦੇ ਵਿੱਚ ਕੋਈ ਮੁਕੱਦਮਾ ਚੱਲ ਰਿਹਾ ਹੋਵੇ, ਕੋਈ ਸੂਟ ਚੱਲ ਰਿਹਾ ਹੋਵੇ, ਕੋਈ ਅਪੀਲ ਚੱਲ ਰਹੀ ਹੋਵੇ ਜਾਂ ਕੋਈ ਪ੍ਰੋਸੀਡਿੰਗ ਚੱਲ ਰਹੀਆਂ ਹੋਣ, ਕੋਈ ਵੀ ਵਿਅਕਤੀ ਐਪਲੀਕੇਸ਼ਨ ਦੇ ਸਕਦਾ ਹੈ। ਜਦੋਂ ਕੋਈ ਵਿਅਕਤੀ ਐਪਲੀਕੇਸ਼ਨ ਦਿੰਦਾ ਹੈ ਤਾਂ ਦੂਜੀ ਪਾਰਟੀ ਨੂੰ, ਜਿਸ ਪਾਰਟੀ ਦੇ ਅਗੇਂਸਟ ਸੂਟ ਚੱਲ ਰਿਹਾ ਹੁੰਦਾ ਹੈ, ਉਸ ਪਾਰਟੀ ਨੂੰ ਕੋਰਟ ਵੱਲੋਂ ਨੋਟਿਸ ਜਾਰੀ ਕੀਤਾ ਜਾਂਦਾ ਹੈ। ਨੋਟਿਸ ਜਾਰੀ ਕਰਨ ਉਪਰੰਤ ਕਮਿੰਗ ਡੇਟ ਦੇ ਉੱਪਰ ਹੀਅਰਿੰਗ ਕਰਕੇ ਦੋਨੋਂ ਪਾਰਟੀ ਦੀ ਸੁਣਵਾਈ ਕਰਕੇ ਜੇ ਕੋਰਟ ਨੂੰ ਲੱਗਦਾ ਹੈ ਤਾਂ ਕੋਰਟ ਜਿਹੜੀ ਸੁਪਰੀਮ ਕੋਰਟ ਹੈ ਉਹ ਕਿਸੇ ਵੀ ਹੋਰ ਸਟੇਟ ਦੀ ਹਾਈ ਕੋਰਟ ਦੇ ਵਿੱਚ ਜਿਹੜਾ ਮੁਕੱਦਮਾ ਕਿਸੇ ਹਾਈ ਕੋਰਟ ਚੱਲ ਰਿਹਾ ਹੈ, ਕਿਸੇ ਦੂਜੀ ਸਟੇਟ ਦੀ ਹਾਈ ਕੋਰਟ ਤਬਦੀਲ ਕਰ ਸਕਦੀ ਹੈ। ਜੇਕਰ ਕਿਸੇ ਹੋਰ ਕੋਰਟ ਦੇ ਵਿੱਚ, ਲੋਅਰ ਕੋਰਟ 'ਚ ਮੁਕੱਦਮਾ ਚੱਲ ਰਿਹਾ ਹੈ, ਤਾਂ ਵੀ ਕਿਸੇ ਹੋਰ ਸਟੇਟ ਦੀ ਜਿਹੜੀ ਕੋਰਟ ਦੇ ਵਿੱਚ ਜਿਹੜਾ ਮੁਕੱਦਮਾ ਹੈ ਟ੍ਰਾਂਸਫਰ ਕੀਤਾ ਜਾ ਸਕਦਾ ਹੈ। other civil court in one state to a high court or other civil court in any other state, ਕਿਸੇ ਵੀ ਹੋਰ ਸਟੇਟ ਦੇ ਵਿੱਚ ਕਿਸੇ ਹੋਰ ਸਟੇਟ ਤੋਂ ਮੁਕੱਦਮਾ ਜਿਹੜਾ ਟ੍ਰਾਂਸਫਰ ਕਰਕੇ ਭੇਜਿਆ ਜਾ ਸਕਦਾ ਹੈ, ਜੇਕਰ ਕੋਰਟ ਨੂੰ ਲੱਗਦਾ ਹੋਵੇ ਵੀ ਇਹ ਕੀਤਾ ਜਾਣਾ ਜ਼ਰੂਰੀ ਹੈ। ਆਫਟਰ ਹੀਅਰਿੰਗ ਬੋਥ ਦਾ ਪਾਰਟੀਜ਼, ਦੈਨ ਇਹਦੇ ਨਾਲ ਕੀ ਹੋਏਗਾ, ਜਦੋਂ ਕੋਈ ਵਿਅਕਤੀ ਐਪਲੀਕੇਸ਼ਨ ਦਿੰਦਾ ਹੈ, ਸਬ ਸੈਕਸ਼ਨ 2 ਦੇ ਵਿੱਚ ਕੀ ਲਿਖਿਆ ਹੈ, ਜਦੋਂ ਕੋਈ ਵਿਅਕਤੀ ਐਪਲੀਕੇਸ਼ਨ ਦਿੰਦਾ ਹੈ ਤਾਂ ਉਸ ਨੂੰ ਆਪਣੀ ਜਿਹੜੀ ਐਪਲੀਕੇਸ਼ਨ ਹੈ ਉਹਦੇ ਨਾਲ ਇੱਕ ਆਪਣਾ ਐਫੀਡੇਵਿਟ ਸਪੋਰਟ ਵਜੋਂ ਐਫੀਡੇਵਿਟ ਫਾਈਲ ਕਰਨਾ ਹੋਏਗਾ, ਤਾਂ ਕਿ ਉਹ ਵਿਅਕਤੀ ਜੇ ਕੋਈ ਆਪਣੇ ਕੰਟੈਂਟਸ ਦਿੰਦਾ ਹੈ ਅਰਜੀ ਦੇ ਵਿੱਚ, ਉਹ ਐਫੀਡੇਵਿਟ ਦੀ ਸ਼ੇਪ ਦੇ ਵਿੱਚ ਜਿਹੜੇ ਕੰਟੈਂਟਸ ਨੇ ਪ੍ਰੂਵ ਕੀਤੇ ਜਾਂਦੇ ਹੈ। ਸਬ ਸੈਕਸ਼ਨ 3 'ਚ ਕੀ ਕਿਹਾ ਹੈਗਾ ਹੈ, the court to which such suit, appeal or other proceeding is transferred, ਜਿਹੜੀ ਕੋਰਟ ਦੇ ਵਿੱਚ ਕੋਈ ਪ੍ਰੋਸੀਡਿੰਗ, ਕੋਈ ਸੂਟ, ਕੋਈ ਅਪੀਲ ਟ੍ਰਾਂਸਫਰ ਕਰਕੇ ਭੇਜੀ ਜਾਂਦੀ ਹੈ ਸੁਪਰੀਮ ਕੋਰਟ ਵੱਲੋਂ, ਤਾਂ ਉਹ ਵਾਲੀ ਜਿਹੜੀ ਕੋਰਟ ਹੈਗੀ ਜਿੱਥੇ ਉਹ ਦਾਵਾ ਜਾਂਦਾ ਹੈ ਜਾਂ ਪ੍ਰੋਸੀਡਿੰਗ ਜਾਂਦੀਆਂ ਨੇ ਜਾਂ ਅਪੀਲ ਜਾਂਦੀ ਹੈ, ਤਾਂ ਉਹਦੀ ਕੋਰਟ ਦੀ ਮਰਜ਼ੀ ਹੈ ਆਈਦਰ ਰੀਟਰਾਈ, ਜਾਂ ਤਾਂ ਉਸ ਕੇਸ ਨੂੰ ਨਵੇਂ ਸਿਰੇ ਤੋਂ ਸੁਣਵਾਈ ਕਰ ਸਕਦੀ ਹੈ, ਜਾਂ ਫਿਰ ਜਿਸ ਸਟੇਜ ਦੇ ਉੱਪਰ ਉਹ ਕੇਸ ਟ੍ਰਾਂਸਫਰ ਹੋ ਕੇ ਆਇਆ ਉਸ ਸਟੇਜ ਤੋਂ ਵੀ ਸੁਣਵਾਈ ਕੀਤੀ ਜਾ ਸਕਦੀ ਹੈ, ਜਾਂ ਫਿਰ ਜੇਕਰ ਆਰਡਰ ਦੇ ਵਿੱਚ ਸੁਪਰੀਮ ਕੋਰਟ ਨੇ ਕੋਈ ਆਰਡਰ ਕੀਤਾ ਹੈ, ਡਾਇਰੈਕਸ਼ਨ ਦਿੱਤੀਆਂ ਹੋਈਆਂ ਹੋਣ, ਜਾਂ ਫਿਰ ਡਾਇਰੈਕਸ਼ਨ ਦੇ ਅਕੋਰਡਿੰਗ ਉਸ ਨੂੰ ਉਸ ਸਟੇਜ ਤੋਂ ਸਟਾਰਟ ਕਰਨਾ ਹੋਏਗਾ। ਸਬਸੈਕਸ਼ਨ 4 ਦੇ ਵਿੱਚ ਕੀ ਕਿਹਾ ਹੈਗਾ ਜੀ, ਇਨ ਡਿਸਮਿਸਿੰਗ ਐਨੀ ਐਪਲੀਕੇਸ਼ਨ ਅੰਡਰ ਦਿਸ ਸੈਕਸ਼ਨ, ਜਦੋਂ ਕੋਈ ਅਰਜੀ ਐਸੀ ਐਪਲੀਕੇਸ਼ਨ ਕੋਈ ਪਾਰਟੀ ਦਿੰਦੀ ਹੈ, ਸੂਟ ਟ੍ਰਾਂਸਫਰ ਕਰਨ ਦੀ ਖਾਤਰ ਕੋਈ ਅਰਜੀ ਦਿੰਦੀ ਹੈ ਸੁਪਰੀਮ ਕੋਰਟ ਦੇ ਵਿੱਚ ਕੋਈ ਪਾਰਟੀ, if it is so of the opinion that the application was frivolous or vexatious, ਜਦੋਂ ਕੋਰਟ ਨੂੰ ਲੱਗੇ, ਜਦੋਂ ਦੂਜੀ ਪਾਰਟੀ ਨੂੰ ਸੁਣ ਕੇ, ਦੋਨੋਂ ਪਾਰਟੀਆਂ ਨੂੰ ਸੁਣ ਕੇ ਸੁਪਰੀਮ ਕੋਰਟ ਨੂੰ ਲੱਗੇ ਵੀ ਜਿਹੜੀ ਇਹ ਅਰਜੀ ਹੈ ਇਹ ਗਲਤ ਹੈਗੀ ਹੈ, ਝੂਠੀ ਹੈਗੀ ਹੈ, ਵੈਕਸੀਸੀਅਸ ਹੈ, ਮਤਲਬ ਟਾਈਮ ਖਰਾਬ ਕਰਨ ਦੀ ਖਾਤਰ ਦਿੱਤੀ ਗਈ ਹੈ, ਆਰਡਰ ਦਾ ਐਪਲੀਕੈਂਟ ਟੂ ਪੇ, ਤਾਂ ਜਿਹੜੀ ਸੁਪਰੀਮ ਕੋਰਟ ਹੈ ਉਸ ਐਪਲੀਕੈਂਟ ਨੂੰ ਜਿਸ ਨੇ ਅਰਜੀ ਦਿੱਤੀ ਹੁੰਦੀ ਹੈ ਉਸ ਨੂੰ ਆਰਡਰ ਕਰ ਸਕਦੀ ਹੈ ਕੰਪਨਸੇਸ਼ਨ ਦੇਣ ਦੀ ਖਾਤਰ ਦੂਜੀ ਵਿਅਕਤੀ ਨੂੰ, ਜਿਹੜਾ ਆਪੋਜ਼ਿਟ ਪਾਰਟੀ ਹੈਗੀ ਹੈ ਉਸ ਨੂੰ ਕੰਪਨਸੇਸ਼ਨ ਦਵਾਇਆ ਜਾ ਸਕਦਾ ਕੋਰਟ ਵੱਲੋਂ, ਨਾਟ ਐਕਸੀਡਿੰਗ 2000 ਰੁਪੀਜ਼, ਪਰ ਤੇ ਸ਼ਰਤ ਵੀ ਨਾਲ ਲਗਾਈ ਗਈ ਹੈ ਕਿ 2000 ਰੁਪਏ ਤੋਂ ਵੱਧ ਇਹ ਜਿਹੜਾ ਕੰਪਨਸੇਸ਼ਨ ਹੈ ਨਹੀਂ ਹੋਣਾ ਚਾਹੀਦਾ। ਦਾ ਲਾ ਐਪਲੀਕੇਬਲ ਟੂ ਐਨੀ ਸੂਟ, ਅਪੀਲ ਔਰ ਅਦਰ ਪ੍ਰੋਸੀਡਿੰਗ, ਜਿਸ ਕੋਰਟ ਦੇ ਵਿੱਚ ਇਹ ਇਦਾਂ ਦਾ ਜਿਹੜਾ ਕੇਸ ਹੈ, ਅਪੀਲ ਹੈ, ਸੂਟ ਹੈ, ਫਾਈਲ ਹੈ, ਪ੍ਰੋਸੀਡਿੰਗ ਹੈ, ਟ੍ਰਾਂਸਫਰ ਹੋ ਕੇ ਜਾਂਦੀ ਹੈ, ਤਾਂ ਉਹ ਜਿਹੜੀ ਕੋਰਟ ਹੈਗੀ ਆ ਕਿਸੇ ਹੋਰ ਸਟੇਟ ਦੀ ਜਿਹੜੀ ਕੋਰਟ ਹੈਗੀ ਹੈ, ਤਾਂ ਜਿਸ ਕੋਰਟ ਦੇ ਵਿੱਚ ਉਹ ਪਹਿਲਾਂ ਸੂਟ ਫਾਈਲ ਕੀਤਾ ਗਿਆ ਸੀਗਾ, ਜਿਸ ਦਾ ਜੁਰਿਸਡਿਕਸ਼ਨ ਬਣਦੀ ਸੀ, ਉਹਦੇ ਜਿਹੜੇ ਲਾਅ ਹੈਗੇ ਪ੍ਰੋਸੀਡਿੰਗ, ਜੋ ਵੀ ਲਾਅ ਉਸ ਕੋਰਟ ਦੇ ਵਿੱਚ ਜਿੱਥੇ ਸੂਟ ਫਾਈਲ ਕੀਤਾ ਗਿਆ ਸੀਗਾ ਉਹਦੇ ਲਾਅ ਹੀ ਐਪਲੀਕੇਬਲ ਹੋਣਗੇ। ਨੈਕਸਟ ਹੈ ਸੈਕਸ਼ਨ 26, ਇੰਸਟੀਟਿਊਸ਼ਨ ਆਫ ਸੂਟਸ। ਐਵਰੀ ਸੂਟ ਸ਼ੈਲ ਬੀ ਇੰਸਟੀਟਿਊਟਡ ਬਾਈ ਪ੍ਰੈਜੈਂਟੇਸ਼ਨ ਆਫ ਏ ਪਲੇਨ, ਜਦੋਂ ਵੀ ਕੋਈ ਦਾਅਵਾ ਦਾਇਰ ਕੀਤਾ ਜਾਂਦਾ ਹੈ ਤਾਂ ਉਸ ਨੂੰ, ਉਹ ਦਾਅਵੇ ਨੂੰ ਕੀ ਕਿਹਾ ਜਾਂਦਾ ਹੈ, ਪਲੇਂਟ ਕਿਹਾ ਜਾਂਦਾ ਹੈ। ਪਲੇਂਟ ਦੇ ਰੂਪ ਦੇ ਵਿੱਚ ਕਿਸੇ ਵੀ ਸਿਵਲ ਕੋਰਟ ਦੇ ਵਿੱਚ ਦਾਅਵਾ ਦਾਇਰ ਕੀਤਾ ਜਾਂਦਾ ਹੈ।
Every suit shall be instituted by the presentation of a plaint or in such other manner as may be prescribed। ਪਰ ਜਦੋਂ ਵੀ ਕੋਈ ਪਲੇਂਟ ਫਾਈਲ ਕੀਤੀ ਜਾਂਦੀ ਹੈ ਕਿਸੇ ਕੋਰਟ ਦੇ ਵਿੱਚ ਤਾਂ ਉਹਦੇ ਨਾਲ ਜਿਹੜਾ ਹੈਗਾ ਐਫੀਡੇਵਿਟ ਜਿਹੜਾ ਹੈਗਾ ਪ੍ਰੂਫ ਵਜੋਂ ਆਪਦੀ ਪਲੇਂਟ ਦੇ ਜਿਹੜੇ ਫੈਕਟਸ ਨੇ ਉਹਨਾਂ ਨੂੰ ਪ੍ਰੂਵ ਕਰਨ ਦੀ ਖਾਤਰ ਜਿਹੜਾ ਹੈਗਾ ਅਫੀਡੇਵਿਟ ਨਾਲ ਅਟੈਚ ਕੀਤਾ ਜਾਂਦਾ ਹੈ। ਜਦੋਂ ਅਸੀਂ ਦਾਅਵਾ ਦਾਇਰ ਕਰਦੇ ਹਾਂ ਦਾਅਵੇ ਦੇ ਨਾਲ ਇੱਕ ਹਲਫੀਆ ਬਿਆਨ ਲੱਗਦਾ ਹੈਗਾ, ਨਾਲ ਡਿਕਲੇਰੇਸ਼ਨ ਲੱਗਦੀ ਹੈ ਵੀ ਜਿਹੜੇ ਕੰਟੈਂਟਸ ਨੇ ਜਿਹੜੇ ਕਿੰਨੇ ਨੰਬਰ ਪੈਰੇ ਤੋਂ ਲੈ ਕੇ ਕਿੰਨੇ ਨੰਬਰ ਤੱਕ ਦੇ ਜਿਹੜੇ ਕੰਟੈਂਟਸ ਨੇ ਮੇਰੇ ਜਿਹੜੇ ਇਹ ਦਾਅਵੇ ਦੇ ਨੇ, ਉਹ ਨੀਚੇ ਐਂਡੋਰਸਮੈਂਟ ਲੱਗਦੀ ਹੈ ਵੀ ਆਹ ਕਰੈਕਟ ਟੂ ਦਾ ਟੂ ਆਫ ਮਾਈ ਨੌਲੇਜ there is nothing has been concealed। section 27 summons to the defendants। ਜਦੋਂ ਕੋਈ ਪਾਰਟੀ ਸੂਟ ਫਾਈਲ ਕਰਦੀ ਹੈ, ਠੀਕ ਹੈ, ਉਸ ਤੋਂ ਬਾਅਦ ਕੀ ਹੁੰਦਾ ਹੈ, ਸਮਨਿੰਗ ਹੁੰਦੀ ਹੈ ਡਿਫੈਂਡੈਂਟਸ ਨੂੰ। where a suit has been filed duly instituted summons may be issued to the defendants to appear and answer the claim। ਜੋ ਵੀ ਕਲੇਮ ਕੀਤਾ ਸੀਗਾ ਪਾਰਟੀ ਨੇ, ਪਲੈਂਟਿਫ ਨੇ, ਉਹਦਾ ਆਨਸਰ ਦੇਣ ਦੀ ਖਾਤਰ 30 ਦਿਨ ਦੇ ਅੰਦਰ ਅੰਦਰ ਜਦੋਂ ਸੂਟ ਫਾਈਲ ਕੀਤਾ ਗਿਆ ਤਾਂ 30 ਦਿਨ ਦੇ ਅੰਦਰ ਅੰਦਰ ਜਿਹੜਾ ਹੈਗਾ ਸਮਨਿੰਗ ਦੀ ਡੇਟ ਰੱਖੀ ਜਾਂਦੀ ਹੈ ਕੋਰਟ ਦੇ ਵਿੱਚ ਅਪੀਅਰ ਹੋਣ ਦੇ ਲਈ ਦੂਜੀ ਪਾਰਟੀ ਨੂੰ। ਸੈਕਸ਼ਨ 28 ਹੈਗਾ ਸਰਵਿਸ ਆਫ ਸਮਨਸ ਵੇਅਰ ਡਿਫੈਂਡੈਂਟਸ ਰੈਜ਼ਾਈਡਸ ਇਨ ਅਨਦਰ ਸਟੇਟ। ਜਦੋਂ ਜਿਹੜੇ ਡਿਫੈਂਡੈਂਟ ਨੇ ਕਿਸੇ ਹੋਰ ਸਟੇਟ 'ਚ ਰਹਿੰਦੇ ਹੋਣ ਤਾਂ ਸਮਨਿੰਗ ਕਿਵੇਂ ਹੁੰਦੀ ਹੈ, ਸਮਨਸ may be sent for service in another state to such court, ਉਸ ਕੋਰਟ ਨੂੰ and in such manner as may be prescribed by rules in such in the state। ਦੂਜੀ ਕੋਰਟ ਜਿੱਥੇ ਜਿਸ ਕੋਰਟ ਦੇ ਅਧਿਕਾਰ ਖੇਤਰ ਦੇ ਵਿੱਚ ਉਹ ਵਿਅਕਤੀ ਰਹਿੰਦਾ ਹੈ ਜਿਹਦੇ ਖਿਲਾਫ ਦਾਅਵਾ ਦਾਇਰ ਹੋਇਆ ਹੈ, ਤੇ ਉਸ ਕੋਰਟ ਦੇ ਉਸ ਕੋਰਟ ਨੂੰ ਦਾਅਵਾ ਇਹ ਜਿਹੜਾ ਸਮਨ ਭੇਜੇ ਜਾਂਦੇ ਨੇ, ਉਹ ਜਿਹੜੀ ਕੰਸਰਨਡ ਕੋਰਟ ਹੁੰਦੀ ਹੈ ਉਹ ਉਸ ਤਰੀਕੇ ਦੇ ਨਾਲ ਹੈਗਾ ਸਮਨਸ ਕਰਵਾਉਂਦੀ ਹੈ। ਸਬਸੈਕਸ਼ਨ 2 ਦੇ ਵਿੱਚ ਕਿਹਾ ਹੈ ਦਾ ਕੋਰਟ ਟੂ ਵਿਚ ਸਮਨਸ ਇਜ਼ ਸੈਂਟ ਸ਼ੈਲ ਰਿਸੀਟ ਸਮਨ ਰਿਸੀਟ ਹੋਣ ਤੋਂ ਬਾਅਦ ਉਹਦੀ ਸਮਨਿੰਗ ਕਰਵਾਉਂਦੀ ਹੈ। ਪ੍ਰੋਸੈਸਿੰਗ ਜਿਵੇਂ ਜਿਵੇਂ ਇਹ ਪ੍ਰਜ਼ੂਮ ਕੀਤਾ ਜਾਂਦਾ ਵੀ ਇਹ ਜਿਹੜੇ ਸਮਨ ਨੇ ਮੇਰੀ ਕੋਰਟ ਵੱਲੋਂ ਹੀ ਜਾਰੀ ਕੀਤੇ ਗਏ ਨੇ, ਜਿਵੇਂ ਆਪਣੀ ਕੋਰਟ ਦੇ ਸਮਨ ਜਾਰੀ ਕੀਤੇ ਜਾਂਦੇ ਨੇ, ਆਪਣੀ ਕੋਰਟ ਦੇ ਸਮਨ ਜਿਹੜੇ ਪ੍ਰੋਸੈਸਿੰਗ ਕਰਵਾਈ ਜਾਂਦੀ ਹੈ ਉਸੇ ਤਰੀਕੇ ਨਾਲ ਦੂਜੀ ਕੋਰਟ ਵੱਲੋਂ ਪ੍ਰਾਪਤ ਕੀਤੇ ਹੋਏ ਜਿਹੜੀ ਸਮਨ ਹੈ ਉਹਨਾਂ ਦੀ ਵੀ ਪ੍ਰੋਸੈਸਿੰਗ ਕਰਵਾਈ ਜਾਂਦੀ ਹੈ, ਯਾਨੀ ਕਿ ਪਿਆਦਾ ਭੇਜ ਕੇ ਜਿਹੜੀ ਹੈ ਸਮਨਿੰਗ ਕਰਵਾਈ ਜਾਂਦੀ ਹੈ। ਫਿਰ ਜੋ ਵੀ ਰਿਕਾਰਡ ਹੁੰਦਾ ਹੈ ਵੇਅਰ ਦਾ ਲੈਂਗੁਏਜ ਆਫ ਦਾ ਸਮਨਸ ਸੈਂਟ ਫਾਰ ਦਾ ਸਰਵਿਸ ਇਜ਼ ਅਨਦਰ ਸਟੇਟ ਇਜ਼ ਡਿਫਰੈਂਟ। ਦੇਖੋ ਮੰਨ ਲਓ ਪੰਜਾਬ 'ਚੋਂ ਕੋਈ ਸਮਨ ਜਾ ਰਿਹਾ ਹੈ, ਬਿਹਾਰ 'ਚ ਜਾ ਰਿਹਾ ਹੈ, ਉੱਥੇ ਲੈਂਗੁਏਜ ਕੋਈ ਲੋਕਲ ਲੈਂਗੁਏਜ ਕੋਈ ਹੋਰ ਹੈ, ਉੱਥੇ ਦੇ ਜਿਹੜੇ ਵਿਅਕਤੀ ਨੇ ਮੰਨ ਲਓ ਹੋਰ ਲੈਂਗੁਏਜ ਦੇ ਵਿੱਚ ਉਹ ਆਪਦੇ ਸਟੇਟਮੈਂਟ ਦਿੰਦੇ ਨੇ, ਬਿਆਨ ਦਿੰਦੇ ਨੇ, ਠੀਕ ਹੈ, ਤਾਂ ਕੀ ਹੋਏਗਾ ਉਹਦੀ ਇੱਕ ਟ੍ਰਾਂਸਲੇਸ਼ਨ ਜਿਹੜੀ ਹੈਗੀ ਹੈ ਜਿਹੜੀ ਕੋਰਟ ਨੇ ਸਮਨਿੰਗ ਕਰਵਾਈ ਉਹ ਸਮਨਿੰਗ ਕਰਵਾ ਕੇ ਫਿਰ ਸਾਰਾ ਜਿਹੜਾ ਰਿਕਾਰਡ ਹੈਗਾ ਜਿਸ ਕੋਰਟ ਨੇ ਸਮਨ ਭੇਜਿਆ ਸੀ ਉਸ ਕੋਰਟ ਦੇ ਵਿੱਚ ਭੇਜਿਆ ਜਾਂਦਾ ਹੈ। ਉਹਦੇ ਨਾਲ ਜੋ ਸਮਨਿੰਗ ਦਾ ਪ੍ਰੋਸੈਸ ਸੀਗਾ, ਜੋ ਅਡਾਪਟ ਕੀਤਾ ਗਿਆ, ਜੋ ਰਿਕਾਰਡਿੰਗ ਤਿਆਰ ਹੋਈ ਉਸ ਵੇਲੇ, ਜੋ ਰਿਕਾਰਡ ਬਣਾਇਆ ਗਿਆ, ਉਹ ਰਿਕਾਰਡ ਵੀ ਕੋਰਟ ਦੇ ਨਾਲ ਭੇਜਿਆ ਜਾਏਗਾ ਵੀ ਇਹ ਸਮਨ ਕਿਵੇਂ ਮਤਲਬ ਕਿ ਜਿਹੜੇ ਹੈਗੇ ਨੇ ਸਮਨਿੰਗ ਹੋਈ ਹੈ ਉਹਦਾ ਜੋ ਵੀ ਰਿਕਾਰਡ ਹੈਗਾ, ਜੇਕਰ ਜਿਹੜੀ ਲੈਂਗੁਏਜ ਹੈ ਵੱਖਰੀ ਹੈਗੀ ਹੈ ਤਾਂ ਉਹਦੀ ਇੱਕ ਟ੍ਰਾਂਸਲੇਸ਼ਨ ਕਾਪੀ ਹਿੰਦੀ 'ਚ ਕਰਵਾ ਕੇ, ਠੀਕ ਹੈ, ਨਾਲ ਭੇਜੀ ਜਾਂਦੀ ਹੈ ਇਨ ਹਿੰਦੀ ਔਰ ਇੰਗਲਿਸ਼, ਹਿੰਦੀ ਦੇ ਵਿੱਚ ਜਾਂ ਅੰਗਰੇਜ਼ੀ ਦੇ ਵਿੱਚ ਇੱਕ ਟ੍ਰਾਂਸਲੇਸ਼ਨ ਕਾਪੀ, ਜੇਕਰ ਲੈਂਗੁਏਜ ਕੋਈ ਵੱਖਰੀ ਹੋਵੇ। ਜੇ ਤਾਂ ਲੈਂਗੁਏਜ ਹੀ ਹਿੰਦੀ ਹੈ, ਇੰਗਲਿਸ਼ ਹੈ, ਵੱਖਰੀ ਹੈ, ਪਰ ਜੇਕਰ ਲੋਕਲ ਲੈਂਗੁਏਜ ਉਸ ਸਟੇਟ ਦੀ ਜਿਹੜੀ ਕੋਰਟ ਸਮਨਿੰਗ ਕਰਵਾ ਰਹੀ ਹੈ ਉਹਦੀ ਲੋਕਲ ਲੈਂਗੁਏਜ ਵੱਖਰੀ ਹੈਗੀ ਹੈ, ਉੱਥੇ ਉਸ ਬੰਦੇ ਨੇ ਬਿਆਨ ਜਿਵੇਂ ਤਾਮਿਲ ਦੇ ਵਿੱਚ ਦਿੱਤੇ, ਕੋਈ ਹੋਰ ਲੈਂਗੁਏਜ 'ਚ ਬਿਆਨ ਦਿੱਤੇ, ਸਟੇਟਮੈਂਟ ਦਿੱਤੀ ਹੈ, ਰਿਕਾਰਡਿੰਗ ਕੀਤੀ ਹੈ, ਜਿਹੜਾ ਬੰਦਾ ਸਮਨ ਕਰਾਉਣ ਵਾਸਤੇ ਗਿਆ ਹੈਗਾ, ਠੀਕ ਹੈ, ਤਾਂ ਉਹਦੀ ਇੱਕ ਟ੍ਰਾਂਸਲੇਸ਼ਨ ਕਾਪੀ ਸ਼ੈਲ ਆਲਸੋ ਬੀ ਸੈਂਟ ਟੂਗੈਦਰ ਵਿਦ ਦਾ ਰਿਕਾਰਡ ਸੈਂਟ ਅੰਡਰ ਦਾ ਦੈਟ ਸਬਸੈਕਸ਼ਨ। ਤਾਂ ਜਿਹੜੀ ਸਮਨ ਜਿਹੜੇ ਵਾਪਸ ਆਉਂਦੇ ਨੇ ਉਹ ਸਮਨ ਦੇ ਨਾਲ ਜਿਹੜਾ ਰਿਕਾਰਡ ਭੇਜਿਆ ਜਾਂਦਾ ਹੈ ਉਹਦੀ ਟ੍ਰਾਂਸਲੇਸ਼ਨ ਕਾਪੀ ਵੀ ਨਾਲ ਭੇਜੀ ਜਾਂਦੀ ਹੈ ਕੰਸਰਨਡ ਕੋਰਟ ਨੂੰ ਜਿੱਥੋਂ ਸਮਨ ਆਇਆ ਸੀ। ਸੈਕਸ਼ਨ 29 ਕੀ ਹੈ, ਸਰਵਿਸ ਆਫ ਫੋਰਨ ਸਮਨਸ। ਸਰਵਿਸ ਆਫ ਫੋਰਨ ਸਮਨਸ, ਜੇ ਕਿਤੇ ਬਾਹਰੋਂ ਸਮਨ ਆਉਂਦੇ ਆ ਸਰਵਿਸ ਕਰਾਉਣ ਦੀ ਖਾਤਰ ਤਾਂ ਉਹਦੀ ਸਰਵਿਸ ਕਿਵੇਂ ਹੋਣੀ ਹੈ, ਉਹਦਾ ਕੀ ਅਧਿਕਾਰ ਹੈਗਾ। ਸਮਨਸ ਐਂਡ ਅਦਰ ਪ੍ਰੋਸੈਸਸ ਇਸ਼ੂਡ ਬਾਈ ਐਨੀ ਸਿਵਲ ਔਰ ਰੈਵਨਿਊ ਕੋਰਟ established in any part of India to which the provisions of this code do not extend। ਕਿਸੇ ਐਸੀ ਕੋਰਟ ਤੋਂ ਸਮਨਿੰਗ ਆ ਗਈ ਜਿੱਥੇ ਇਹ ਜਿਹੜਾ ਸਿਵਲ ਪ੍ਰੋਸੀਜਰ ਕੋਡ ਲਾਗੂ ਨਹੀਂ ਹੈਗਾ, ਕੋਈ ਸਿਵਲ ਕੋਰਟ ਆ ਗਈ ਜਾਂ ਕੋਈ ਰੈਵਨਿਊ ਕੋਰਟ ਆ ਗਈ ਜਿੱਥੇ ਇਹ CPC ਲਾਗੂ ਨਹੀਂ ਹੈਗੀ, ਜਾਂ ਫਿਰ any civil or revenue court established or continue to be authority of the central government outside India। ਇੰਡੀਆ ਤੋਂ ਬਾਹਰ ਸੈਂਟਰਲ ਗਵਰਨਮੈਂਟ ਨੇ ਕੋਈ ਕੋਰਟ ਬਣਾਈ ਵੀ ਹੈ ਜਿੱਥੇ ਜਿਹਦੇ ਵਿੱਚ ਜਿਸ ਕੋਰਟ ਦੇ ਵਿੱਚ ਇਹ CPC ਲਾਗੂ ਨਹੀਂ ਹੁੰਦੀ ਹੈਗੀ, ਉੱਥੋਂ ਕੋਈ ਸਮਨ ਆ ਜਾਂਦਾ ਹੈ, ਜਾਂ ਫਿਰ
any other civil or revenue court outside India to which the central government has by notification in the official gazette declare the presence of this section to apply। ਜਾਂ ਜਿੱਥੇ ਸੈਂਟਰਲ ਕੋਰਟ ਗਵਰਨਮੈਂਟ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਕਹਿੰਦੀ ਹੈ ਵੀ ਇਹਦੀਆਂ ਜਿਹੜੀਆਂ ਸਮਨਿੰਗ ਹੈ CPC ਦਾ ਲਾਗੂ ਹੋਣਗੀਆਂ may be sent to the courts in the territories to which this code extend। ਜਿੱਥੇ ਜਿਹਨੇ ਕੋਰਟਾਂ ਦੇ ਵਿੱਚ ਇਹ CPC ਲਾਗੂ ਨਹੀਂ ਹੁੰਦੀ ਉਹ ਕੋਰਟਾਂ ਆਪਣੇ ਸਮਨਿੰਗ ਕਰਵਾਉਣ ਦੇ ਲਈ ਦੂਜੀ ਜਗ੍ਹਾ ਤੇ ਜਿੱਥੇ CPC ਲਾਗੂ ਹੁੰਦੀ ਆ ਉੱਥੇ ਸਮਨ ਭੇਜ ਸਕਦੀਆਂ ਨੇ। may be sent to the courts in the territories to which this code extends and served as if they were summons issued by such courts। ਉਹ ਕੋਰਟਾਂ ਫਿਰ ਸਮਨ ਉਸ ਤਰੀਕੇ ਨਾਲ ਕਰਵਾਉਣਗੀਆਂ ਜਿਵੇਂ ਉਸ ਕੋਰਟ ਨੇ ਖੁਦ ਹੀ ਇਹ ਸਮਨ ਜਿਹੜਾ ਜਾਰੀ ਕੀਤਾ ਗਿਆ ਹੋਵੇ, ਬੇਸ਼ੱਕ ਸਮਨ ਬਾਹਰੋਂ ਆਇਆ ਹੋਵੇ। ਸੈਕਸ਼ਨ 30 ਹੈ ਪਾਵਰ ਟੂ ਆਰਡਰ ਡਿਸਕਵਰੀ ਐਂਡ ਟੂ ਲਾਈਕ ਐਂਡ ਦਾ ਲਾਈਕ। ਕੋਰਟਾਂ ਕੋਲੇ ਕੀ ਪਾਵਰ ਹੈਗੀ ਹੈ? ਸਬਜੈਕਟ ਟੂ ਦ ਅਦਰ ਕੰਡੀਸ਼ਨਸ ਦ ਕੋਰਟ ਮੇ ਐਟ ਐਨੀ ਟਾਈਮ, ਜਦੋਂ ਵੀ ਕੋਰਟ ਚਾਹੁੰਦੀ ਹੈ, ਜਦੋਂ ਕੋਰਟ ਦੇ ਕੋਲੇ ਕੋਈ ਦਾਵਾ ਦਾਇਰ ਕੀਤਾ ਹੈ ਹੁੰਦਾ ਉਸ ਦਾਅਵੇ ਦੇ ਚੱਲਦੇ ਦੌਰਾਨ ਔਨ ਮੋਸ਼ਨ ਆਪਦੀ ਮਰਜ਼ੀ ਦੇ ਨਾਲ ਜਾਂ ਅਰਜੀ ਕੋਈ ਪਾਰਟੀ ਅਰਜੀ ਦਿੰਦੀ ਹੈ ਕਿਸੇ ਪਾਰਟੀ ਦੀ ਅਰਜੀ ਦੇ ਉੱਪਰ ਜਾਂ ਕੋਰਟ ਨੂੰ ਆਪਦੀ ਆਪ ਹੀ ਮਹਿਸੂਸ ਹੁੰਦਾ ਵੀ ਮੈਨੇ ਕੀ ਕਰਨਾ ਹੈ ਵੀ ਕਿਸੇ ਜਗ੍ਹਾ ਦੀ ਕੋਈ ਇੰਸਪੈਕਸ਼ਨ ਕਰਵਾਉਣੀ ਹੈ, ਕਿਤੇ ਕੋਈ ਚੀਜ਼ ਕਿਸੇ ਨੇ ਛਪਾਈ ਹੋਈ ਹੋ ਸਕਦੀ ਹੈ, ਮੇ make such orders as may be necessary or reasonable in all the matters relating to ਕਿਸ ਸੰਬੰਧੀ to the delivery and answering of interrogatories, ਕਿਸ ਤੋਂ ਕੋਈ ਆਨਸਰ ਲੈਣੇ ਨੇ, ਕੋਈ ਸਟੇਟਮੈਂਟ ਲੈਣੀ ਕਿਸੇ ਵਿਅਕਤੀ ਦੀ, admissions of documents, ਕੋਈ ਡਾਕੂਮੈਂਟ ਹੈ ਉਹ ਪ੍ਰਾਪਤ ਕਰਨੇ ਨੇ, and facts and the discovery, inspection, production, impounding and return the documents, ਕੋਈ ਡਾਕੂਮੈਂਟ ਆਪਦੇ ਕਬਜ਼ੇ 'ਚ ਲੈਣੇ ਨੇ ਜਾਂ ਇੰਸਪੈਕਸ਼ਨ ਕਰਕੇ ਉਸ ਨੂੰ ਵਾਪਸ ਕਰਨੇ ਨੇ ਜਾਂ ਇੰਪਾਊਂਡ ਕਰਕੇ ਕੋਰਟ 'ਚ ਲੈ ਕੇ ਆਣੇ ਨੇ, ਔਰ ਅਦਰ ਮਟੀਰੀਅਲ ਆਬਜੈਕਟਸ ਪ੍ਰੋਡਿਊਸੀਬਲ ਐਜ਼ ਐਵੀਡੈਂਸ, ਕਿਸੇ ਵੀ ਐਸੇ ਸਮਾਨ ਦੀ ਜ਼ਰੂਰਤ ਹੈ ਜਿਹਦੀ ਕਿ ਉਸ ਕੋਰਟ ਦੇ ਵਿੱਚ ਐਜ਼ ਏ ਐਵੀਡੈਂਸ ਜ਼ਰੂਰਤ ਹੈਗੀ ਹੈ। ਤਾਂ ਐਸੇ ਵੀ ਕਿਸੇ ਡਾਕੂਮੈਂਟ ਨੂੰ, ਕਿਸੇ ਵਸਤੂ ਨੂੰ ਦੇਖਣ ਦੀ ਖਾਤਰ, ਚੈੱਕ ਕਰਨ ਦੀ ਖਾਤਰ, ਇੰਸਪੈਕਸ਼ਨ ਕਰਨ ਦੀ ਖਾਤਰ ਜਿਹੜੀ ਕੋਰਟ ਹੈ, ਕੋਰਟ ਵੱਲੋਂ ਆਰਡਰ ਕਰਕੇ ਕਿਸੇ ਵੀ ਕੰਸਰਨਡ ਕੋਰਟ ਦੇ ਆਫੀਸਰ ਨੂੰ ਭੇਜਿਆ ਜਾ ਸਕਦਾ ਹੈ। ਜਾਂ ਫਿਰ ਕਲੌਜ਼ 20 ਕੀ ਕਿਹਾ ਗਿਆ ਹੈ? issue summons to the persons whose attendance is required। ਜੇ ਕਿਸੇ ਵਿਅਕਤੀ ਦੀ ਅਟੈਂਡੈਂਸ ਲੋੜੀਂਦੀ ਹੈ ਕੋਰਟ ਨੂੰ, ਜਿਵੇਂ ਕਿ ਆਪਾਂ ਵਿਟਨੈਸ ਦੀ ਗੱਲ ਕਰ ਲੈਣੇ ਹੁੰਦੇ ਆ, issue summons to the persons whose attendance is required either to give evidence or to produce documents। ਜਾਂ ਉਹਦੀ ਕੋਈ ਸਟੇਟਮੈਂਟ ਲੈਣੀ ਹੈ, ਉਹਦੀ ਗਵਾਹੀ ਲੈਣੀ ਹੈ, ਜਾਂ ਉਹਦੇ ਤੋਂ ਕੋਈ ਡਾਕੂਮੈਂਟ ਲੈਣੇ ਨੇ, ਔਰ ਸੱਚ ਅਦਰ ਆਬਜੈਕਟਸ ਐਜ਼ ਅ ਫੋਰਸੈਟ, ਜਾਂ ਉਹਦੇ ਤੋਂ ਕੋਈ ਹੋਰ ਸਮਾਨ ਉਹਦੇ ਕਬਜ਼ੇ ਵਿੱਚ ਹੈਗਾ, ਉਹ ਕੋਰਟ ਨੂੰ ਜ਼ਰੂਰਤ ਹੈ ਕੇਸ ਚੱਲਦੇ ਦੌਰਾਨ, ਕੇਸ ਦੇ ਵਿੱਚ ਕੋਰਟ ਦੀ ਰਿਕੁਆਇਰਮੈਂਟ ਹੈਗੀ ਹੈ ਤਾਂ ਕੋਰਟ ਸਾਹਮਣੇ ਭੇਜ ਕੇ ਵਿਅਕਤੀ ਨੂੰ ਬੁਲਾ ਵੀ ਸਕਦੀ ਹੈ, ਠੀਕ ਹੈ। ਤਾਂ ਜਾਂ ਉਸ ਨੂੰ ਕੋਈ ਜਿਹੜਾ ਡਾਕੂਮੈਂਟ ਵਗੈਰਾ ਹੈਗਾ ਉਹ ਸਬਮਿਟ ਕਰਨ ਦੇ ਲਈ ਵੀ ਕਹਿ ਸਕਦੇ ਕੋਰਟ। ਆਰਡਰ ਐਨੀ ਫੈਕਟ ਟੂ ਬੀ ਪ੍ਰੂਵਡ ਬਾਈ ਐਫੀਡੇਵਿਟ। ਜਦੋਂ ਕੋਈ ਵਿਅਕਤੀ ਇੱਦਾਂ ਦੀ ਕੋਈ ਸਟੇਟਮੈਂਟ ਦਿੰਦਾ ਹੈ, ਆਰਡਰ ਮੇ ਬੀ ਫੈਕਟ ਟੂ ਬੀ ਪ੍ਰੂਵਡ ਬਾਈ ਐਫੀਡੇਵਿਟ, ਤਾਂ ਨਾਲ ਉਹਦੇ ਕੀ ਹੋਏਗਾ? ਹਲਫੇ ਬਿਆਨ ਲੱਗਦਾ। ਜਦੋਂ ਕੋਈ ਸਟੇਟਮੈਂਟ ਦਿੰਦਾ, ਆਪਦਾ ਜਵਾਬ ਦਾਵਾ ਦਿੰਦਾ ਕੋਈ ਵਿਅਕਤੀ, ਇਹਨੂੰ ਬੁਲਾਇਆ ਗਿਆ ਕੋਰਟ ਦੇ ਵਿੱਚ, ਉਹ ਐਫੀਡੇਵਿਟ ਦੇ ਕੇ ਆਪਦੀ ਸਟੇਟਮੈਂਟ ਦਿੰਦਾ ਹੈਗਾ। ਆਪਦੀ ਸਟੇਟਮੈਂਟ ਦੇ ਨਾਲ ਨਾਲ ਹਲਫੇ ਬਿਆਨ ਦੀ ਸ਼ੇਪ ਦੇ ਵਿੱਚ ਆਪਾਂ ਕੋਰਟਾਂ 'ਚ ਰੋਜ਼ ਜਾਂਦੇ ਹੈਗੇ ਆ, ਆਪਣੇ ਜਦੋਂ ਆਪੋਜ਼ਿਟ ਪਾਰਟੀਆਂ ਕਈ ਵਾਰੀ ਆਪਾਂ ਨੂੰ ਬੁਲਾਉਂਦੀਆਂ ਨੇ, ਸਾਡੇ ਜਿਹੜੇ ਵਕੀਲ ਹੁੰਦੇ ਆ ਉਹ ਸਾਡਾ ਜਿਹੜਾ ਸਟੇਟਮੈਂਟ ਹੈਗਾ ਉਹ ਹਲਫੇ ਬਿਆਨ ਦੀ ਸ਼ੇਪ ਦੇ ਵਿੱਚ ਲੈ ਲੈਂਦੇ ਨੇ ਕੋਰਟ 'ਚ ਸਬਮਿਟ ਕਰਨ ਦੀ ਖਾਤਰ। ਸੈਕਸ਼ਨ 31 ਸਮਨਸ ਟੂ ਦਾ ਵਿਟਨੈਸ। ਦੇਖੋ ਉੱਪਰ ਤਾਂ ਐਪਲੀਕੇਸ਼ਨ ਦਿੱਤੀ ਸੀ ਕਿਸੇ ਵਿਅਕਤੀ ਨੇ ਕਿਸੇ ਹੋਰ ਵਿਅਕਤੀ ਨੂੰ ਬੁਲਾਉਣ ਦੀ ਖਾਤਰ, ਮੇ ਵੀ ਆਪੋਜ਼ਿਟ ਪਾਰਟੀ ਹੋਵੇ, ਡਿਫੈਂਡੈਂਟ ਹੋਵੇ ਜਾਂ ਕੋਈ ਹੋਰ ਥਰਡ ਪਾਰਟੀ ਹੋਵੇ। ਇੱਥੇ ਹੈਗਾ ਵਿਟਨੈਸ, ਗਵਾਹ ਦੀ ਗੱਲ ਕੀਤੀ ਗਈ ਹੈ। ਕੋਰਟ ਕੋਲੇ ਜਿਹੜੇ ਕੋਰਟ ਕੋਲੇ ਪਾਵਰਸ ਨੇ ਅੰਡਰ ਸੈਕਸ਼ਨ 27, 28, 29, ਠੀਕ ਹੈ। ਜਦੋਂ ਗਵਾਹ ਨੂੰ ਬੁਲਾਉਣਾ ਹੈ ਉਹੀ ਪਾਵਰਸ ਫਿਰ ਕੋਰਟ ਕੋਲੇ ਵਿਟਨੈਸ ਨੂੰ ਬੁਲਾਉਣ ਦੀ ਖਾਤਰ ਪਾਵਰਸ ਹੁੰਦੀਆਂ। ਕੋਰਟ ਵਿਟਨੈਸ ਵੀ ਉਹਨਾਂ ਪਾਵਰਾਂ ਦੇ ਤਹਿਤ ਬੁਲਾ ਸਕਦੀ ਹੈ। ਸੈਕਸ਼ਨ 32 ਪੈਨਲਟੀ ਫਾਰ ਡਿਫਾਲਟ। ਜਦੋਂ ਕਿਸੇ ਵਿਅਕਤੀ ਨੂੰ ਕੋਰਟ ਵੱਲੋਂ ਸਮਨ ਭੇਜ ਕੇ ਬੁਲਾਇਆ ਜਾਂਦਾ ਤੇ ਉਹ ਵਿਅਕਤੀ ਨਹੀਂ ਆਉਂਦਾ, the court may compel the attendance of any person whom a summons has been issued under section 30। section 30 ਆਪਾਂ ਉੱਪਰ ਪੜ੍ਹ ਕੇ ਗਏ ਹਾਂ। ਜਦੋਂ ਕੋਰਟ ਨੂੰ ਜ਼ਰੂਰਤ ਹੈ ਕੋਰਟ ਬੁਲਾ ਸਕਦਾ ਕਿਸੇ ਵਿਅਕਤੀ ਨੂੰ ਕੋਈ ਰਿਕਾਰਡ ਸਬਮਿਟ ਕਰਨ ਦੀ ਖਾਤਰ। ਜੇ ਕੋਈ ਵਿਅਕਤੀ ਨਹੀਂ ਆਉਂਦਾ, ਠੀਕ ਹੈ, ਤਾਂ ਜਿਹੜੀ ਕੋਰਟ ਹੈਗੀ ਹੈ ਕਲੌਜ਼ A ਦੇ ਤਹਿਤ ਕੀ ਹੈਗਾ? ਵਾਰੰਟ ਜਾਰੀ ਕਰ ਸਕਦੀ ਹੈ ਉਸ ਵਿਅਕਤੀ ਦੇ ਅਰੈਸਟ ਕਰਨ ਦੀ ਖਾਤਰ। ਕਲੌਜ਼ B ਦੇ ਵਿੱਚ ਕੀ ਹੈ? ਉਹਦੀ ਪ੍ਰਾਪਰਟੀ ਅਟੈਚ ਐਂਡ ਸੈਲ, ਉਹਦੀ ਪ੍ਰਾਪਰਟੀ ਨੂੰ ਅਟੈਚ ਕਰ ਸਕਦੀ ਹੈ ਤੇ ਉਹਦੀ ਵੇਚ ਵੀ ਸਕਦੀ ਹੈ ਪ੍ਰਾਪਰਟੀ। ਜੇ ਕੋਈ ਵਿਅਕਤੀ
ਕੋਰਟ ਦੇ ਆਰਡਰ ਦੀ ਪਾਲਣਾ ਨਹੀਂ ਕਰਦਾ, ਕੋਰਟ ਦੇ ਬੁਲਾਏ ਤੋਂ ਕੋਰਟ ਦੇ ਵਿੱਚ ਨਹੀਂ ਆਉਂਦਾ ਜਾਂ ਰਿਕਾਰਡ ਸਬਮਿਟ ਨਹੀਂ ਕਰਦਾ। ਇੰਪੋਜ਼ ਏ ਫਾਈਨ, ਕੋਰਟ ਉਸ ਨੂੰ ਫਾਈਨ ਵੀ ਇੰਪੋਜ਼ ਕਰ ਸਕਦੀ ਹੈ, ਜੁਰਮਾਨਾ ਵੀ ਲਗਾ ਸਕਦੀ ਹੈ, ਨਾਟ ਐਕਸੀਡਿੰਗ 5000 ਰੁਪੀਜ਼, 5000 ਤੋਂ ਜ਼ਿਆਦਾ ਨਹੀਂ ਹੁੰਦਾ। ਆਰਡਰ ਹਿਮ ਟੂ ਫਰਨਿਸ਼ ਸਿਕਿਉਰਿਟੀ, ਜਾਂ ਫਿਰ ਉਸ ਨੂੰ ਕਹਿ ਸਕਦੇ ਜ਼ਮਾਨਤ ਦੇ ਆਪਣੀ। ਫॉर हिज अपीयरेंस एंड इन डिफॉल्ट कमिट हिम टू द सिविल प्रिजन। देखो ये ਜਿਹੜਾ डी ਹੈਗਾ ਬਹੁਤ ਇੰਪੋਰਟੈਂਟ ਹੈ। ਉਸ ਵਿਅਕਤੀ ਨੂੰ ਸਿਕਿਉਰਿਟੀ ਜ਼ਮਾਨਤ ਦੇਣ ਲਈ ਕਿਹਾ ਜਾ ਸਕਦਾ ਹੈ ਕੋਰਟ 'ਚ ਹਾਜ਼ਰ ਹੋਣ ਦੀ ਖਾਤਰ, ਠੀਕ ਹੈ। ਜੇਕਰ ਫਿਰ ਵੀ ਉਹ ਡਿਫਾਲਟ ਕਰਦਾ ਹੈ, ਕੋਈ ਸਮੇਂ ਤੇ ਪਹੁੰਚਦਾ ਨਹੀਂ ਹੈਗਾ ਕੋਰਟ ਦੇ ਵਿੱਚ, ਤਾਂ ਹੁਣ ਜਿਹੜੀ ਅਦਾਲਤ ਹੈ ਜੇਲ੍ਹ ਦੇ ਵਿੱਚ ਵੀ ਭੇਜ ਸਕਦੀ ਹੈ, ਸਿਵਲ ਪ੍ਰਿਜ਼ਨ 'ਚ ਵੀ ਭੇਜਿਆ ਜਾ ਸਕਦਾ ਉਸ ਵਿਅਕਤੀ ਨੂੰ, ਜਿਹਨੂੰ ਸਮਨ ਭੇਜ ਕੇ ਕੋਰਟ ਨੇ ਬੁਲਾਉਣਾ ਸੀਗਾ, ਪਰ ਨਹੀਂ ਆਉਂਦਾ ਤੇ ਨਾਲ ਇਹ ਸ਼ਰਤਾਂ ਪੂਰੀਆਂ ਨਹੀਂ ਕਰਦਾ। ਆਪਣੀ ਸ਼ਰਤਾਂ ਅਟੈਚਮੈਂਟ ਫਰੰਟ ਪੇਜ ਅਰੈਸਟ ਵਾਰੰਟ ਕੀਤੀ ਜਾ ਸਕਦੀ ਹੈ, ਅਟੈਚਮੈਂਟ ਕੀਤੀ ਜਾ ਸਕਦੀ ਹੈ, ਜ਼ਮੀਨ ਦੀ ਬੋਲੀ ਕੀਤੀ ਜਾ ਸਕਦੀ ਹੈ, ਸੇਲ ਕੀਤੀ ਜਾ ਸਕਦੀ ਹੈ, ਜੁਰਮਾਨਾ ਲਗਾਇਆ ਜਾ ਸਕਦਾ ਹੈ ਤੇ ਉਹਦੀ ਜ਼ਮਾਨਤ ਲੈ ਕੇ ਉਹਨੂੰ ਛੱਡਿਆ ਵੀ ਜਾ ਸਕਦਾ ਹੈ। ਜੇਕਰ ਫਿਰ ਵੀ ਉਹ ਕੋਈ ਆਪਣੀ ਮਤਲਬ ਡਿਫਾਲਟ ਕਰਦਾ ਤਾਂ ਉਸਨੂੰ ਕੋਰਟ ਵੱਲੋਂ ਜੇਲ੍ਹ 'ਚ ਵੀ ਭੇਜਿਆ ਜਾ ਸਕਦਾ ਹੈ। ਨੈਕਸਟ ਆ ਗਿਆ ਜੀ, ਹੈਡ ਹੈਗਾ ਜਜਮੈਂਟ ਐਂਡ ਡਿਕਰੀ। ਆਪਾਂ ਸਾਰੇ ਕੰਮ ਕਰਦੇ ਹਾਂ, ਰੋਜ਼ ਹੀ ਕੋਰਟਾਂ ਦੀਆਂ ਜਜਮੈਂਟਸ ਡਿਕਰੀ ਸਾਡੇ ਪਾਸ ਆਉਂਦੀਆਂ ਨੇ, ਠੀਕ ਹੈ। ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਹੈਗੀ ਹੈ ਪ੍ਰੋਪਰ, ਵੈਸੇ ਤਾਂ ਜਜਮੈਂਟ ਕੀ ਹੁੰਦੀ ਹੈ, ਡਿਗਰੀ ਕੀ ਹੁੰਦੀ ਹੈ। ਤਾਂ ਕੋਰਟ ਦੀ ਜਿਹੜੀ ਜਜਮੈਂਟ ਹੁੰਦੀ ਹੈ, ਕੋਰਟ ਦਾ ਜਿਹੜਾ ਡਿਸੀਜਨ ਹੁੰਦਾ ਹੈ, ਜੋ ਡਿਟੇਲ ਦੇ ਵਿੱਚ ਹੁੰਦਾ ਉਹਨੂੰ ਅਸੀਂ ਜਜਮੈਂਟ ਕਹਿ ਦਿੰਦੇ ਹਾਂ। ਜੋ ਸ਼ਾਰਟ ਦੇ ਵਿੱਚ ਮਤਲਬ ਕਿ ਪਾਰਟੀਆਂ ਦੇ ਨਾਮ, ਪ੍ਰੋਪਰਟੀ ਦਾ ਵੇਰਵਾ ਵਗੈਰਾ ਦਰਜ ਕੀਤਾ ਜਾਂਦਾ, ਸ਼ਾਰਟ ਦੇ ਵਿੱਚ ਕੀਤਾ ਜਾਂਦਾ, ਉਹਨੂੰ ਅਸੀਂ ਡਿਗਰੀ ਕਹਿ ਦਿੰਦੇ ਹਾਂ। ਦ ਕੋਰਟ ਆਫਟਰ ਦਾ ਕੇਸ ਹੈਜ਼ ਬੀਨ ਹਰਡ, ਕੇਸ ਨੂੰ ਸੁਣਨ ਤੋਂ ਬਾਅਦ ਸ਼ੈਲ ਪ੍ਰੋਨਾਉਂਸ ਜਜਮੈਂਟ ਐਂਡ ਔਨ ਸੱਚ ਜਜਮੈਂਟ ਡਿਗਰੀ ਸ਼ੈਲ ਫੋਲੋ। ਜਜਮੈਂਟ ਪ੍ਰੋਨਾਉਂਸ ਕਰ ਦਿੰਦੇ, ਸਾਰੀਆਂ ਪਾਰਟੀਆਂ ਨੂੰ ਸੁਣ ਕੇ, ਸਾਰੀਆਂ ਸਟੇਟਮੈਂਟਾਂ ਲੈ ਕੇ, ਪਲੈਂਟਿਫ ਦੀ, ਡਿਫੈਂਡੈਂਟ ਦੀ, ਗਵਾਹੀਆਂ ਦੀ, ਸਾਰਾ ਕੁਝ ਕਰਾ ਕੇ ਹੀਟ ਦੇ ਉੱਪਰ ਇਸ਼ੂ ਫਰੇਮ ਕੀਤੇ ਜਾਂਦੇ ਨੇ। ਇਸ਼ੂ ਫਰੇਮ ਕਰਨ ਤੋਂ ਬਾਅਦ ਜਿਹੜਾ ਕੋਰਟ ਹੈ ਕੱਲੇ ਇਸ਼ੂ ਦੇ ਉੱਪਰ ਜਿਹੜਾ ਹੈਗਾ ਡਿਸਾਈਡ ਕਰਦੀ ਹੈ, ਕੱਲੇ ਇਸ਼ੂ ਉੱਪਰ ਡਿਸਾਈਡ ਕਰਨ ਤੋਂ ਬਾਅਦ ਕੋਰਟ ਵੱਲੋਂ ਕੋਈ ਜਜਮੈਂਟ ਦਿੱਤੀ ਜਾਂਦੀ ਹੈ ਵੀ ਜਿਹੜਾ ਫੈਸਲਾ ਹੈ ਮੈਂ ਕਿਸ ਪਾਰਟੀ ਦੇ ਹੱਕ 'ਚ ਕਰ ਰਿਹਾ, ਜਾਂ ਕਿੰਨਾ ਫੈਸਲਾ ਕਿਸ ਪਾਰਟੀ ਦੇ ਹੱਕ 'ਚ ਕੀਤਾ ਜਾ ਰਿਹਾ, ਕਿੰਨਾ ਫੈਸਲਾ ਕਿਸ ਪਾਰਟੀ ਦੇ ਹੱਕ 'ਚ ਕੀਤਾ ਜਾ ਰਿਹਾ ਹੈ, ਠੀਕ ਹੈ। ਇਹ ਜਜਮੈਂਟ ਪ੍ਰੋਨਾਉਂਸ ਕਰਨ ਤੋਂ ਬਾਅਦ ਜਿਹੜੀ ਜਜਮੈਂਟ ਦੇ ਅਕੋਰਡਿੰਗ ਜਿਹੜੀ ਡਿਗਰੀ ਹੈ ਸ਼ਾਰਟ ਪਾਸ ਕੀਤੀ ਜਾਂਦੀ ਹੈ। ਨੈਕਸਟ ਆ ਗਿਆ ਸੈਕਸ਼ਨ 34। ਇਹ ਹੈਗਾ ਵਿਆਜ ਦੇ ਨਾਲ ਸੰਬੰਧਿਤ, ਇੰਟਰਸਟ ਦੇ ਨਾਲ ਸੰਬੰਧਿਤ ਹੈਗੇ ਆ। ਜਦੋਂ ਕੋਈ ਡਿਗਰੀ ਕੋਰਟ ਵੱਲੋਂ ਪਾਸ ਕੀਤੀ ਜਾਂਦੀ ਹੈ, ਮੇ ਵੀ ਕਿਸੇ ਵਿਅਕਤੀ ਨੇ ਕਿਸੇ ਤੋਂ ਪੈਸੇ ਲੈਣੇ ਹੈ, ਠੀਕ ਹੈ, ਪੇਮੈਂਟ ਆਫ ਮਨੀ ਦੀ ਕੋਈ ਡਿਗਰੀ ਪਾਸ ਹੋ ਗਈ, ਇੱਕ ਵਿਅਕਤੀ ਨੇ ਦੂਜੇ ਵਿਅਕਤੀ ਤੋਂ ਦੇ ਖਿਲਾਫ ਕੋਈ ਕੋਰਟ ਨੇ ਡਿਗਰੀ ਪਾਸ ਕਰ ਦਿੱਤੀ, ਤਾਂ ਉਹਦੇ 'ਚ ਇੰਟਰਸਟ ਦੀ ਗੱਲ ਕੀਤੀ ਗਈ ਵੀ ਕੋਰਟ ਹੈ ਜਿਹੜੀ ਹੈਗੀ ਹੈ ਇੰਟਰਸਟ ਡਿਸਾਈਡ ਕਰਦੀ ਹੈ ਵੀ ਇਸ ਵਿਅਕਤੀ ਨੇ ਕਿੰਨਾ ਇੰਟਰਸਟ ਹੈ ਜਿਹੜਾ ਜਦੋਂ ਸੂਟ ਫਾਈਲ ਕੀਤਾ ਉਸ ਤੋਂ ਪਹਿਲਾਂ ਕਿੰਨਾ ਇੰਟਰਸਟ ਦੇਣਾ ਬਣਦਾ ਹੈਗਾ ਉਸ ਬੰਦੇ ਨੂੰ ਪੇਮੈਂਟ ਦੇਣ ਤੱਕ। ਸੂਟ ਫਾਈਲ ਕਰਨ ਤੋਂ ਪਹਿਲਾਂ ਜੇ ਕੋਈ ਇੰਟਰਸਟ ਦੇਣਾ ਬਣਦਾ ਤਾਂ ਕੋਰਟ ਉਹਦੇ ਵਿੱਚ ਵੀ ਡਿਕਲੇਅਰ ਕਰੇਗੀ, ਜਾਂ ਫਿਰ ਸੂਟ ਫਾਈਲ ਕਰਨ ਤੋਂ ਲੈ ਕੇ ਸੂਟ ਦੇ ਫੈਸਲਾ ਹੋਣ ਤੱਕ ਕਿੰਨਾ ਇੰਟਰਸਟ ਦੇਣਾ ਬਣਦਾ ਹੈ ਉਹਦਾ ਵੀ ਕੋਰਟ ਫੈਸਲਾ ਕਰੇਗੀ। ਉਸ ਤੋਂ ਬਾਅਦ ਸੂਟ ਦਾ ਫੈਸਲਾ ਹੋਣ ਤੋਂ ਬਾਅਦ ਪੇਮੈਂਟ ਹੋਣ ਤੱਕ, ਐਗਜ਼ੀਕਿਊਟ ਹੋਣ ਤੱਕ ਜਿਹੜਾ ਕਿੰਨਾ ਰੇਟ ਆਫ ਇੰਟਰਸਟ ਹੋਏਗਾ ਉਹਦਾ ਵੀ ਫੈਸਲਾ ਕੋਰਟ ਕਰੇਗੀ। ਇਹਦੇ ਵਿੱਚ 3 ਤਰ੍ਹਾਂ ਦੇ ਇੰਟਰਸਟ ਨੇ, ਸੂਟ ਫਾਈਲ ਕਰਨ ਤੋਂ ਪਹਿਲਾਂ ਦਾ ਇੰਟਰਸਟ, ਸੂਟ ਫਾਈਲ ਹੋਣ ਤੋਂ ਲੈ ਕੇ ਸੂਟ ਦਾ ਡਿਸੀਜਨ ਹੋਣ ਤੱਕ ਦਾ ਇੰਟਰਸਟ, ਜਾਂ ਫਿਰ ਉਸ ਤੋਂ ਬਾਅਦ ਜਿਹੜੀ ਪੇਮੈਂਟ ਕਦੋਂ ਬੰਦਾ ਕਰਦਾ ਹੈਗਾ ਸੂਟ ਦਾ ਫੈਸਲਾ ਹੋਣ ਤੋਂ ਬਾਅਦ ਤੇ ਪੇਮੈਂਟ ਕਰਨ ਤੱਕ ਦਾ ਜਿਹੜੀ ਐਗਜ਼ੀਕਿਊਸ਼ਨ ਹੁੰਦੀ ਆ ਉਦੋਂ ਤੱਕ ਦਾ ਇੰਟਰਸਟ ਦਾ ਰੇਟ ਵੱਖਰਾ ਇੰਟਰਸਟ, 3 ਤਰ੍ਹਾਂ ਦੇ ਇੰਟਰਸਟਾਂ ਦੇ ਰੇਟ ਦੱਸੇ ਗਏ ਨੇ। ਨਾਲ ਹੀ ਇਹਨੇ ਕਿਹਾ ਹੈਗਾ ਵੀ ਜਿਹੜਾ ਇਹ ਇੰਟਰਸਟ ਦਾ ਰੇਟ ਹੈਗਾ ਇਹ 6% ਦੇ ਆਸ-ਪਾਸ ਹੋਣਾ ਚਾਹੀਦਾ ਹੈ, ਜਾਂ ਫਿਰ ਇਹ ਹੋਗਾ ਐਕਸੀਡਿੰਗ 6% ਵਿਦ ਫਰਦਰ ਇੰਟਰਸਟ ਉਹ ਹੁੰਦਾ ਹੈਗਾ ਜਿਹੜਾ ਫੈਸਲਾ ਹੋਣ ਤੋਂ ਬਾਅਦ ਕਦੋਂ ਤੱਕ ਬੰਦਾ ਡਿਗਰੀ ਪਾਸ ਹੋ ਗਈ ਉਸ ਤੋਂ ਬਾਅਦ ਕਿ ਵਿਅਕਤੀ ਪੇਮੈਂਟ ਨਹੀਂ ਅਦਾ ਕਰਦਾ ਕਿਸੇ ਦੂਜੇ ਬੰਦੇ ਦੀ, ਠੀਕ ਹੈ, ਤਾਂ ਫਿਰ ਰੇਟ ਆਫ ਇੰਟਰਸਟ ਕੀ ਹੋਏਗਾ, ਉਹ ਕਹਿੰਦੇ 6% ਹੋਏਗਾ ਪਰ ਐਨਮ as the court deems reasonable on such principal sum from the date of the decree to the date of the payment, ठीक है, or to such earlier date as the court thinks fit। ਇੱਕ ਇੱਥੇ ਇਹ ਕਿਹਾ ਵੀ ਜਿਹੜਾ ਫਰਦਰ ਇੰਟਰਸਟ ਹੈ, ਫਰਦਰ ਇੰਟਰਸਟ ਮਤਲਬ ਡਿਗਰੀ ਪਾਸ ਹੋਣ ਤੋਂ ਬਾਅਦ ਪੇਮੈਂਟ ਦੇਣ ਤੱਕ ਉਹ ਵੱਧ ਵੀ ਹੋ ਸਕਦਾ ਹੈ। ਅਗਲੇ ਪੈਰੇ 'ਚ ਕਿਹਾ ਗਿਆ ਬਟ ਸ਼ੈਲ the rate of such further interest may exceed 6%, 6% ਤੋਂ ਜ਼ਿਆਦਾ ਵੀ ਹੋ ਸਕਦਾ ਹੈ ਪਰ annum, but shall not exceed the contractual rate of interest। ਪਰ ਜੋ ਪਾਰਟੀਆਂ ਨੇ ਜੋ ਕੰਟਰੈਕਟ ਕੀਤਾ ਸੀ ਆਪਸ ਦੇ ਵਿੱਚ, ਜੇ ਉਹਦੇ ਵਿੱਚ 9% ਦਾ ਰੇਟ ਆਫ ਇੰਟਰਸਟ ਦੇਣਾ ਕੀਤਾ ਸੀ ਪੇਮੈਂਟ ਦੇਣ ਤੱਕ, ਤਾਂ 9% ਤੱਕ ਦਾ ਹੋਏਗਾ। ਜੇਕਰ ਕਿਤੇ ਸ਼ੋਅ ਹੀ ਨਹੀਂ ਕੀਤਾ ਗਿਆ, ਕੰਟਰੈਕਟ ਰੇਟ ਵੀ ਕਿਤੇ ਮਤਲਬ ਨਹੀਂ ਲਿਖਿਆ ਗਿਆ ਵੀ ਸਾਡਾ ਰੇਟ ਆਫ ਇੰਟਰਸਟ ਕੀ ਸੀਗਾ, ਕੋਈ ਐਗਰੀਮੈਂਟ ਦੇ ਵਿੱਚ ਇਦਾਂ ਦੀ ਗੱਲ ਨਹੀਂ ਲਿਖੀ ਗਈ, ਤਾਂ ਜਿਹੜਾ ਬੈਂਕ ਦਾ ਨੈਸ਼ਨਲਾਈਜ਼ਡ ਬੈਂਕ ਹੁੰਦੇ ਆ ਉਹਦਾ ਕੀ ਰੇਟ ਆਫ ਇੰਟਰਸਟ ਹੁੰਦਾ ਹੈ ਤਾਂ ਉਹ ਲਾਗੂ ਹੋਏਗਾ।
ਬੈਂਕ ਦਾ ਰੇਟ ਲਾਗੂ ਉਦੋਂ ਹੋਏਗਾ ਜਦੋਂ ਜਿਹੜਾ ਟ੍ਰਾਂਜੈਕਸ਼ਨ ਸੀਗੀ ਪਾਰਟੀਆਂ ਦੀ ਲੈਣ ਦੇਣ ਸੀਗੀ ਉਹ ਕਮਰਸ਼ੀਅਲ ਹੋਵੇ। ਜੇ ਕਮਰਸ਼ੀਅਲ ਤੋਂ ਇਲਾਵਾ ਕੋਈ ਹੋਰ ਕੰਮ ਦੇ ਲਈ ਪੈਸਾ ਲੈਣਾ ਦੇਣਾ ਕੀਤਾ ਸੀ ਤਾਂ 6% ਹੋਏਗਾ, ਪਰ ਜਿੱਥੇ ਕਿਤੇ ਕਮਰਸ਼ੀਅਲ ਦੇ ਲੈਣ ਦੇਣ ਦੀ ਗੱਲ ਕੀਤੀ ਗਈ ਤਾਂ 6% ਤੋਂ ਜ਼ਿਆਦਾ ਇੰਟਰਸਟ ਹੋ ਸਕਦਾ ਹੈ। ਕਮਰਸ਼ੀਅਲ ਟ੍ਰਾਂਜੈਕਸ਼ਨ ਨੂੰ ਕੀ ਕਿਹਾ ਗਿਆ? ਕਮਰਸ਼ੀਅਲ ਟ੍ਰਾਂਜੈਕਸ਼ਨ ਕਿਹੜੀ ਹੁੰਦੀ, ਜਿਹੜੀ ਕਿਸੇ ਆਪਦੇ ਟ੍ਰੇਡ ਦੇ ਲਈ, ਬਿਜ਼ਨਸ ਦੇ ਲਈ, ਕਾਰੋਬਾਰ ਦੇ ਲਈ ਕੋਈ ਲੈਣ ਦੇਣ ਕੀਤਾ ਗਿਆ ਹੋਵੇ, ਉਹਨੂੰ ਅਸੀਂ ਕਮਰਸ਼ੀਅਲ ਇੰਟਰਸਟ ਕਹਿ ਸਕਦੇ ਹਾਂ। ਪਰ ਜੇ ਕਿਤੇ ਕੋਰਟ ਨੇ ਸੂਟ ਫਾਈਲ ਤੋਂ ਪਹਿਲਾਂ ਦੇ ਬਾਰੇ ਕੋਈ ਰੇਟ ਆਫ ਇੰਟਰਸਟ ਦੀ ਗੱਲ ਨਾ ਕੀਤੀ ਗਈ ਹੋਵੇ, ਜਾਂ ਫਿਰ ਸੂਟ ਦੇ ਡਿਗਰੀ ਹੋਣ ਤੋਂ ਬਾਅਦ ਪੇਮੈਂਟ ਦੇ ਦੇਣ ਤੱਕ ਦੇ ਕੋਈ ਇੰਟਰਸਟ ਦੀ ਗੱਲ ਨਾ ਕੀਤੀ ਗਈ ਹੋਵੇ, ਤਾਂ ਉੱਥੇ ਇੰਟਰਸਟ ਜਿਹੜਾ ਹੈਗਾ ਇਹ ਨਹੀਂ ਦਿੱਤਾ ਜਾਏਗਾ। सबसेक्शन 2 ਦੇ ਵਿੱਚ ਕਿਹਾ ਗਿਆ, no court shall make any such order for the payment of an amount exceeding 3000 rupees or exceeding the limits of its pecuniary jurisdiction. Okay. बस हो गया। चलो आएगा मेरे पास। ਆਪਾਂ ਗੱਲ ਕਰ ਰਹੇ ਸੀ ਵੀ ਜੇ ਡਿਗਰੀ ਸਾਇਲੈਂਟ ਹੈਗੀ ਹੈ, ਡਿਗਰੀ ਦੇ ਵਿੱਚ ਸਬਸੈਕਸ਼ਨ 2 ਦੀ ਗੱਲ ਕਰ ਰਹੇ ਹਾਂ, ਸੈਕਸ਼ਨ 34 ਦੇ ਵਿੱਚ ਸਬਸੈਕਸ਼ਨ 2 ਦੀ ਗੱਲ ਕਰ ਰਹੇ ਹਾਂ, where such degree is silent with respect to the payment of further interest on such principal amount from the date of the decree to the date of the payment or other earlier date, the court shall be deemed to have refused। ਤਾਂ ਇੱਥੇ ਇਹ presume ਕੀਤਾ ਜਾਵੇਗਾ ਵੀ ਕੋਰਟ ਨੇ ਜਿਹੜਾ ਹੈਗਾ ਇੰਟਰਸਟ ਦੇਣ ਤੋਂ ਰਿਫਿਊਜ਼ ਕਰ ਦਿੱਤਾ, ਤਾਂ ਫਿਰ ਇਸ ਐਸਾ ਇੰਟਰਸਟ ਲੈਣ ਦੇ ਲਈ ਕੋਈ ਸੈਪਰੇਟ ਤੌਰ ਤੇ ਦਾਅਵਾ ਵੀ ਦਾਇਰ ਨਹੀਂ ਕੀਤਾ ਜਾ ਸਕਦਾ। ਇਹ ਸੈਕਸ਼ਨ 2 ਦੇ ਵਿੱਚ ਗੱਲ ਕੀਤੀ। ਨੈਕਸਟ ਹੈਗਾ ਕਾਸਟ ਦੀ ਗੱਲ ਕਰਦੇ ਹਾਂ, ਸੈਕਸ਼ਨ 35। ਸੈਕਸ਼ਨ 35 ਕਾਸਟ ਕੀ ਹੁੰਦੀਆਂ ਨੇ? ਜਦੋਂ ਦਾਵਾ ਚੱਲ ਰਿਹਾ ਹੁੰਦਾ ਹੈ, ਕਈ ਵਾਰੀ ਏਦਾਂ ਹੁੰਦਾ ਹੈ ਇਹ ਸਿਵਲ ਕੋਰਟ ਦੀ ਜਿਹੜੀ ਡਿਸਕ੍ਰਿਸ਼ਨ ਪਾਵਰ ਦਿੱਤੀ ਗਈ ਹੈ ਕੋਰਟ ਨੂੰ, ਵੀ ਕਿਸੇ ਵਿਅਕਤੀ ਨੂੰ ਜਿਵੇਂ ਮੰਨ ਲਓ ਕੋਈ ਡੇਟ ਫਿਕਸ ਕਰਤੀ ਦੋ ਪਾਰਟੀਆਂ ਦੇ ਵਿਚਕਾਰ ਵੀ ਫਲਾਣੀ ਡੇਟ ਦੇ ਵਿੱਚ ਤੁਸੀਂ ਜਵਾਬ ਦਾਵਾ ਫਾਈਲ ਕਰਨਾ ਹੈ ਜਾਂ ਤੁਸੀਂ ਆਪਣਾ ਗਵਾਹ ਭੁਗਤਾਉਣਾ ਹੈਗਾ, ਤੇ ਦੂਜੀ ਪਾਰਟੀ ਰੈਗੂਲਰਲੀ ਜਿਹੜੀ ਹੈਗੀ ਐਡਜਰਨਮੈਂਟ ਲਈ ਜਾਂਦੀ ਹੈ, ਇੱਕ ਐਡਜਰਨਮੈਂਟ ਲੈ ਲਈ, ਦੂਜੀ ਲੈ ਲਈ, ਤੀਜੀ ਲੈ ਲਈ, ਤਾਂ ਫਿਰ ਕੋਰਟ ਦੀ ਪਾਵਰ ਹੈਗੀ ਹੈ, ਕੋਰਟ ਉਸ ਅਗਲੀ ਪੇਸ਼ੀ ਪਾਉਣ ਤੋਂ ਪਹਿਲਾਂ ਕੋਰਟ ਕਹਿ ਸਕਦੀ ਹੈ ਵੀ ਇਹ ਜਿਹੜੀ ਕਾਰਵਾਈ ਅਗਲੀ ਤੁਸੀਂ ਤਦ ਹੀ ਕਰ ਪਾਓਗੇ ਜੇ ਤੁਹਾਨੂੰ ਇੰਨੀ ਜਿਹੜੀ ਹੈਗੀ ਕਾਸਟ ਪੇ ਕਰਨੀ ਪਏਗੀ। ਤੇ ਜਦੋਂ ਕੋਰਟ ਦੇ ਹੁਕਮਾਂ ਦੀ ਪਾਲਣਾ ਪਹਿਲਾਂ ਨਹੀਂ ਕੀਤੀ ਜਾਂਦੀ ਸਮੇਂ ਸਿਰ, ਤਾਂ ਕੋਰਟ ਜਿਹੜੀ ਹੈਗੀ ਹੈ ਕਾਸਟ ਪਾ ਸਕਦੇ ਦੂਜੀ ਪਾਰਟੀ ਨੂੰ, ਕਿਉਂਕਿ ਜਿਹੜੀ ਦੂਜੀ ਪਾਰਟੀ ਹੈਗੀ ਉਹ ਵਾਰ-ਵਾਰ ਕੋਰਟ ਦੇ ਵਿੱਚ ਆਉਂਦੀ ਹੈ, ਉਹਦਾ ਸਮਾਂ ਖਰਾਬ ਹੁੰਦਾ ਹੈ, ਉਸ ਨੂੰ ਕੰਪਨਸੇਟ ਕਰਨ ਦੀ ਖਾਤਰ ਜਿਹੜੀ ਹੈਗੀ ਇਹ ਕਾਸਟ ਪਾਈ ਜਾਂਦੀ ਹੈ। ਨੋ ਕੋਰਟ that the court directs that any cost shall not follow the event, the court shall state its reasons in। ਜਿੱਥੇ ਕਿਤੇ ਕੋਰਟ ਜਿਹੜੀ ਹੈ ਕੋਈ ਕਾਸਟ ਨਹੀਂ ਪਾਉਂਦੀ ਤਾਂ ਕੋਰਟ ਵੱਲੋਂ ਐਸੇ ਰੀਜ਼ਨ ਦੱਸੇ ਜਾਂਦੇ ਨੇ ਵੀ ਇਸ ਵਿਅਕਤੀ ਨੂੰ ਕੋਰਟ ਕਿਉਂ ਨਹੀਂ ਜਿਹੜੀ ਕਾਸਟ ਪਾਈ ਜਾ ਰਹੀ। ਸੈਕਸ਼ਨ 35A ਕੰਪਨਸੇਟਰੀ ਕਾਸਟ in respect of the false or vexatious claims or defense। ਸੈਕਸ਼ਨ 35A ਦਾ ਮਤਲਬ ਕੀ ਹੈ? ਕੋਈ ਵਿਅਕਤੀ ਸੂਟ ਫਾਈਲ ਕਰਦਾ ਹੈ, ਦੂਜੀ ਪਾਰਟੀ ਆ ਕੇ ਸਟੇਟਮੈਂਟ ਦਿੰਦੀ ਹੈ, ਬਿਆਨ ਦਿੰਦੀ ਹੈ ਵੀ ਨਹੀਂ ਜੀ ਇਹ ਤਾਂ ਜਿਹੜਾ ਦਾਵਾ ਇਹਨੇ ਪਾਇਆ ਹੈਗਾ ਇਹ ਬਿਲਕੁਲ ਹੀ ਵੈਕਸੀਸ਼ੀਅਸ ਹੈਗਾ, ਫਾਲਸ ਹੈ, ਇਹ ਤਾਂ ਜਿਹੜਾ ਕਲੇਮ ਹੈ ਬਿਲਕੁਲ ਗਲਤ ਹੈਗਾ, ਠੀਕ ਹੈ। ਤਾਂ ਜਦੋਂ ਕਿਤੇ ਇਹ ਗੱਲ ਸਾਬਤ ਕਰ ਦਿੱਤੀ ਜਾਂਦੀ ਹੈ ਤਾਂ ਉਹਦੀ ਜਿਹੜੀ ਐਪਲੀਕੇਸ਼ਨ ਹੈ ਡਿਫੈਂਸ ਇਜ਼ ਡਿਸਅਲਾਉ, ਅਮੈਂਡਨ ਔਰ ਵਿਦਡਰਾਉਨ, ਜਾਂ ਤਾਂ ਉਹਦੀ ਜਿਹੜੀ ਐਪਲੀਕੇਸ਼ਨ ਹੈ ਕੋਰਟ ਵੱਲੋਂ ਡਿਸਅਲਾਉ ਕਰ ਦਿੱਤੀ ਜਾਂਦੀ ਹੈ, ਜਾਂ ਫਿਰ ਉਹ ਜਾਣਬੁੱਝ ਕੇ ਪਤਾ ਲੱਗ ਗਿਆ ਵੀ ਹੁਣ ਦੂਜੀ ਪਾਰਟੀ ਸਾਹਮਣੇ ਆ ਗਈ, ਪਹਿਲਾਂ ਤਾਂ ਉਹ ਐਕਸ ਪਾਰਟੀ ਕਰਨਾ ਚਾਹੁੰਦਾ ਸੀਗਾ, ਦੂਜੀ ਪਾਰਟੀ ਸਾਹਮਣੇ ਆ ਗਈ ਤਾਂ ਉਹਨੇ ਆਪਣਾ ਜਵਾਬ ਦਾਵਾ ਜਿਹੜਾ ਹੈਗਾ ਐਪਲੀਕੇਸ਼ਨ ਹੈ ਜਿਹੜੀ ਉਹ ਵਾਪਸ ਲੈ ਲਈ। ਮੇਕ ਐਨ ਆਰਡਰ ਤਾਂ ਜਿਹੜੀ ਕੋਰਟ ਹੈਗੀ ਹੈ, ਕੋਰਟ ਨੂੰ ਇਹ ਪ੍ਰੂਵ ਹੋ ਜਾਵੇ ਵੀ ਹਾਂ ਬਾਕੀ ਇਸਨੇ ਜਿਹੜਾ ਦਾਵਾ ਪਾਇਆ ਸੀ, ਕਲੇਮ ਕੀਤਾ ਸੀਗਾ ਐਪਲੀਕੈਂਟ ਨੇ, ਪਲੈਂਟਿਫ ਨੇ, ਇਹ ਬਿਲਕੁਲ ਹੀ ਗਲਤ ਸੀਗਾ,
डिसअलाउ कर दिंदी है। मेक एन ऑर्डर फॉर द पेमेंट टू द ऑब्जेक्टर by the party by whom such claim or defense has been put forward caused by way of compensation। दूजी पार्टी ਨੂੰ compensation ਦੇਣ ਦੀ ਖਾਤਰ ਆਰਡਰ ਕੀਤਾ ਜਾ ਸਕਦਾ ਹੈ ਇਦਾਂ ਦਾ। no court shall make any such order for the payment of subsection 2 ਦੇ ਵਿੱਚ ਕਿਹਾ ਹੈ ਵੀ ਪਰ ਐਸਾ ਜਿਹੜਾ ਆਰਡਰ ਕੋਰਟ ਵੱਲੋਂ ਕੀਤਾ ਜਾਂਦਾ ਹੈ ਉਹਦੇ ਵਿੱਚ ਜਿਹੜਾ 3000 ਰੁਪਏ ਤੱਕ ਤੋਂ ਵੱਧ ਦਾ ਜਿਹੜਾ ਜੁਰਮਾਨਾ ਹੈ ਉਹ ਨਹੀਂ ਲਾਇਆ ਜਾ ਸਕਦਾ। ਜਿਹੜੀ ਕਾਸਟ ਹੈ 3000 ਤੋਂ ਵੱਧ ਦੀ ਨਹੀਂ ਲਗਾਈ ਜਾਂਦੀ। ਨੈਕਸਟ ਹੈ ਸਬਸੈਕਸ਼ਨ 3। ਇਹਦੇ ਵਿੱਚ ਸੈਕਸ਼ਨ 35A ਦਾ ਸਬਸੈਕਸ਼ਨ 3 no person against whom an order has been made under this section shall by reason thereof be exempted from any criminal liability। ਬੰਦੇ ਨੇ ਕੋਈ ਦਾਵਾ ਐਪਲੀਕੇਸ਼ਨ ਦਿੱਤੀ ਸੀਗੀ, ਗਲਤ ਫਾਈਲ ਕਰ ਦਿੱਤੀ, ਉਹਨੂੰ ਕੋਰਟ ਨੇ ਕਾਸਟ ਪਾ ਦਿੱਤੀ 2500 2000 ਰੁਪਏ ਦਾ, ਪਰ ਉਹਨੇ ਕ੍ਰਾਈਮ ਕੀਤਾ ਸੀ ਕੋਈ ਨਾ ਕੋਈ, ਉਹਦੀ ਜਿਹੜੀ ਕ੍ਰਿਮੀਨਲ ਲਾਇਬਿਲਿਟੀ ਹੈਗੀ ਹੈ ਉਹ ਜੁਰਮਾਨਾ ਭਰਨ ਦੇ ਨਾਲ ਐਗਜ਼ੈਂਪਟ ਹੋ ਜਾਂਦੀ। ਇੱਕ ਕੋਰਟ ਨੇ ਕਾਸਟ ਪਾਈ ਹੈ, ਠੀਕ ਹੈ, ਕਾਸਟ ਦੇ ਨਾਲ ਨਾਲ ਜਿਹੜੀ ਕ੍ਰਿਮੀਨਲ ਲਾਇਬਿਲਿਟੀ ਹੈ ਉਹਦੀ ਉਹ ਸਟੈਂਡ ਕਰੇਗੀ ਇਨ ਰਿਸਪੈਕਟ ਆਫ ਐਨੀ ਕਲੇਮ ਔਰ ਡਿਫੈਂਸ ਮੇਡ ਬਾਈ ਹਿਮ। ਜੇ ਉਹਨੇ ਕੋਈ ਗਲਤ ਕਲੇਮ ਕੀਤਾ, ਕੋਈ ਡਿਫੈਂਸ ਗਲਤ ਲਿਆ ਹੈ, ਚਾਹੇ ਪਾਰਟੀ ਨੇ ਪਲੈਂਟਿਫ ਨੇ ਲਿਆ, ਚਾਹੇ ਡਿਫੈਂਡੈਂਟ ਪਾਰਟੀ ਨੇ ਲਿਆ ਹੈਗਾ, ਠੀਕ ਹੈ, ਉਹਦੀ ਜਿਹੜੀ ਕ੍ਰਿਮੀਨਲ ਲਾਇਬਿਲਿਟੀ ਹੈਗੀ ਹੈ, ਉਸਨੇ ਕੋਈ ਗਲਤ ਮਤਲਬ ਕਿ ਕਾਰਵਾਈ ਕੀਤੀ ਹੈਗੀ ਹੈ, ਉਹਦੀ ਵੱਖਰੀ ਕਾਰਵਾਈ ਉਹਦੇ ਅਗੇਂਸਟ ਚੱਲੇਗੀ, ਪਰ ਜਿਹੜੀ ਕਾਸਟ ਪਾਈ ਗਈ ਹੈ ਉਹ ਵੱਖਰੀ ਉਹਨੂੰ ਭਰਨੀ ਹੀ ਪਏਗੀ। ਸਬਸੈਕਸ਼ਨ 4 ਦੇ ਵਿੱਚ ਕੀ ਕਿਹਾ ਗਿਆ? the amount of any compensation awarded under this section in respect of a false or vexatious claim, ਝੂਠਾ ਫਰਜੀ ਉਹਨੇ ਕਲੇਮ ਕੀਤਾ ਸੀ ਜਾਂ ਡਿਫੈਂਸ ਲਿਆ ਸੀਗਾ, shall be taken into account in any subsequent suit for damages or compensation in respect of such claim or defense। ਕੋਈ ਪਾਰਟੀ ਜਿਸ ਦੇ ਖਿਲਾਫ ਵਿਅਕਤੀ ਨੇ ਝੂਠਾ ਦਾਵਾ ਪਾਇਆ ਸੀਗਾ, ਉਹ ਪਾਰਟੀ ਕੋਈ ਕਲੇਮ ਲੈਣਾ ਚਾਹੁੰਦੀ ਹੈ ਵੀ ਮੇਰੇ ਤਾਂ ਜੀ ਬਦਨਾਮੀ ਕਰਤੀ ਇਸ ਬੰਦੇ ਨੇ, ਮੈਂ ਤਾਂ ਇਹਦੇ ਖਿਲਾਫ ਜਿਹੜਾ ਹੈਗਾ ਦਾਵਾ ਪਾਵਾਂਗਾ, ਜਾਂ ਦਾਵਾ ਪਾ ਦਿੰਦਾ ਹੈ ਕਾਹਦਾ? ਕਲੇਮ ਦਾ। ਉਹ ਕਲੇਮ ਦੇ ਵਿੱਚ ਜਿੰਨੀ ਇਸ ਨੂੰ ਪਹਿਲਾਂ ਕੋਰਟ ਨੇ ਇਹ ਪਾਈ ਹੈਗੀ ਹੈ ਕੰਪਨਸੇਸ਼ਨ ਪਾਈ ਹੈ, ਉਹ ਇਹਦੇ ਵਿੱਚੋਂ ਕੰਸੀਡਰ ਕੀਤੀ ਜਾਵੇ, ਜਾਣੀ ਕਿ ਡਿਡਕਟ ਕੀਤੀ ਜਾਵੇਗੀ। ਜੇ ਉਹਨੂੰ ਪਾਰਟੀ ਕੋਈ 1 ਲੱਖ ਰੁਪਏ ਦਾ ਜਿਹੜਾ ਕਲੇਮ ਹੈ ਮਨਜ਼ੂਰ ਕਰ ਦਿੰਦੀ ਹੈ ਗਲਤ ਦਾਵਾ ਪਾਉਣ ਵਾਲੇ ਦੇ ਖਿਲਾਫ, ਦੂਜੀ ਪਾਰਟੀ ਦੇ ਹੱਕ ਦੇ ਵਿੱਚ ਦਾਵਾ ਪਾਉਣ ਤੋਂ ਬਾਅਦ ਕਲੇਮ ਡਿਫੈਂਸ ਉਹਦੇ ਵਿੱਚ 1 ਲੱਖ ਰੁਪਏ ਦਾ ਜੇ ਕੋਈ ਮਤਲਬ ਉਸਨੂੰ ਕਲੇਮ ਉਹਦੇ ਕੰਪਨਸੇਸ਼ਨ ਦੇਣ ਦੇ ਲਈ ਕੋਰਟ ਵੱਲੋਂ ਫਾਈਲ ਮਤਲਬ ਕਿ ਆਰਡਰ ਪਾਸ ਕਰ ਦਿੱਤਾ ਜਾਂਦਾ ਹੈ, ਜਿਹੜੀ ਪਹਿਲਾਂ ਕੰਪਨਸੇਸ਼ਨ ਇਸ ਕੋਰਟ ਨੇ ਪਾਇਆ ਸੀਗਾ ਉਹਦੇ ਵਿੱਚੋਂ ਉਹਨਾਂ ਘਟਾ ਕੇ ਹੀ ਬਾਕੀ ਰਕਮ ਦਿੱਤੀ ਜਾਂਦੀ ਹੈ। ਸੈਕਸ਼ਨ 35B ਕਾਸਟ ਫਾਰ ਕਾਜ਼ਿੰਗ ਡਿਲੇ। ਇਹ ਅਗੀ ਡਿਲੇ ਦੀ ਗੱਲ ਜਿਹੜੀ ਮੈਂ ਪਹਿਲਾਂ ਕਹਿ ਚੁੱਕਿਆ ਸੀ ਇੱਕ ਵਾਰੀ ਤੁਹਾਨੂੰ। ਇਫ on any date fixed for hearing of a suit or for taking any step therein a party to the suit। ਜਦੋਂ ਕੋਈ if on any date fixed ਕੋਰਟ ਨੇ ਕੋਈ ਡੇਟ ਫਿਕਸ ਕਰ ਦਿੱਤੀ ਹੀਅਰਿੰਗ ਦੇ ਵਾਸਤੇ, ਜਾਂ ਕੋਈ ਹੋਰ ਸਟੈਪ ਲੈਣਾ ਸੀ ਕੋਰਟ ਨੇ, ਕੋਈ ਡੇਟ ਫਿਕਸ ਕਰ ਦਿੱਤੀ ਵੀ ਜਦ ਪਾਰਟੀਆਂ ਆਪਣੇ ਆਪਣੇ ਬਿਆਨ ਕਰਾਉਣਗੀਆਂ ਜਾਂ ਪਾਰਟੀ ਜਾਂ ਉਹਦਾ ਪੇਸ਼ ਕਰੇਗੀ ਜਾਂ ਕੋਈ ਹੋਰ ਐਵੀਡੈਂਸ ਦੇਗੀ, ਪਾਰਟੀ ਇਹ ਫੇਲ ਹੋ ਜਾਂਦੀ ਹੈ, ਟੇਕ ਦਾ ਸਟੈਪ which he was required by the or under this code to take on that date। ਉਸ ਡੇਟ ਨੂੰ ਫਿਕਸ ਡੇਟ ਕੀਤੀ ਗਈ ਸੀਗੀ, ਉਸ ਡੇਟ ਨੂੰ ਜਿਹੜੀ ਪਾਰਟੀ ਉਹ ਫੇਲ ਹੋ ਜਾਂਦੀ ਹੈ, ਇੱਕ ਪਾਰਟੀ ਕੋਈ ਵੀ obtains and adjournment ਜਾਂ ਫਿਰ ਬਾਰ-ਬਾਰ ਉਹ ਆਪਦੀ ਉਹ ਲੈ ਲੈਂਦੀ ਹੈ, ਪੇਸ਼ੀ ਲੈ ਲੈਂਦੀ ਹੈ for taking such steps। ਉਸ ਕੰਮ ਦੇ ਲਈ ਜਿਹੜਾ ਕੋਰਟ 'ਚ ਕੀਤਾ ਜਾਣਾ ਬਣਦਾ, ਜਿਹੜੀ ਜਿਸ ਲਈ ਕੋਰਟ ਨੇ ਬਾਰ-ਬਾਰ ਕਿਹਾ ਹੈਗਾ ਉਹਦੇ ਲਈ ਬਾਰ-ਬਾਰ adjournment ਲੈ ਲੈਂਦੀ ਹੈ, ਫੇਲ ਹੋ ਜਾਂਦੀ ਹੈ, ਤਾਂ ਕੀ ਹੈ the court may for the reasons to be recorded, reason record ਕਰਕੇ make an order requiring such party to pay the other party such cost as would in the opinion of the court। ਇੱਕ cost ਪਾ ਸਕਦੇ ਦੂਜੀ ਪਾਰਟੀ ਨੂੰ ਰੀਜ਼ਨੇਬਲ, ਕਿੰਨੀ ਕੁ? ਉਨੀ ਕੁ ਜਿੰਨੀ ਕੁ ਉਹ ਵਿਅਕਤੀ ਜਿਹੜਾ ਹੈਗਾ ਵਾਰ-ਵਾਰ ਕੋਰਟ ਦੇ ਵਿੱਚ ਆਇਆ, ਜਿੰਨੇ ਕੁ ਉਹਦਾ ਖਰਚਾ ਹੋਇਆ ਹੋਏਗਾ, be reasonably sufficient to reimburse the other party in respect of the expenses incurred by him in attending the court। ਵੀ ਉਹ ਕੋਰਟ ਅਟੈਂਡ ਕਰ ਰਿਹਾ ਵਾਰ-ਵਾਰ, ਉਹਨੇ ਤਿੰਨ ਵਾਰੀ ਕੋਰਟ ਅਟੈਂਡ ਕਰ ਲਈ, ਪਰ ਇਹ ਪਾਰਟੀ ਜਿਹੜੀ ਹੈਗੀ ਹੈ ਵਾਰ-ਵਾਰ ਅਡਜਰਨਮੈਂਟ ਲਈ ਜਾਂਦੀ ਹੈ, ਇਹਦਾ ਮੇਬੀ ਇੰਨਾ ਖਰਚਾ ਹੋ ਗਿਆ ਹੋਏਗਾ, ਤਾਂ ਜਿਹੜੀ ਕੋਰਟ ਹੈਗੀ ਆ ਉਸਨੂੰ ਕਾਸਟ ਪਾ ਕੇ ਅਗਲੀ ਕਾਰਵਾਈ ਤੋਂ ਪਹਿਲਾਂ ਜਿਹੜੀ ਹੈਗੀ ਆ ਉਹ ਕਾਸਟ ਪੇ ਕਰਨੀ ਪਏਗੀ ਜਿਸ ਪਾਰਟੀ ਨੂੰ ਜਿਹੜੀ ਮਤਲਬ ਕਾਸਟ ਪਾਏਗੀ ਆ, ਦੂਜੀ ਪਾਰਟੀ ਨੂੰ ਉਹ ਪਾਰਟੀ ਕਾਸਟ ਪੇ ਕਰੇਗੀ। ਐਂਡ ਪੇਮੈਂਟ ਆਫ ਸੱਚ ਕਾਸਟ ਔਨ ਦਾ ਡੇਟ ਨੈਕਸਟ ਫੋਲੋਇੰਗ, ਅਗਲੀ ਤਰੀਕ ਤੋਂ ਨੈਕਸਟ ਤਰੀਕ ਦੇ ਉੱਪਰ ਕਾਸਟ ਪੇ ਕਰਕੇ ਹੀ ਅਗਲੀ ਪ੍ਰੋਸੀਡਿੰਗ ਜਿਹੜੀ ਹੈਗੀ ਆ ਸਟਾਰਟ ਹੋਏਗੀ। ਦਾ ਸੂਟ ਬਾਈ ਦਾ ਪਲੈਂਟਿਫ
where the plaintiff was ordered to pay such cost the defense। जेकर plaintiff है plaintiff ने पे करनी है, या फिर defendant है defendant ने पे करनी है by the defendant। ਦੋਨੇ ਪਾਰਟੀ ਨੂੰ, ਕਿਸੇ ਪਾਰਟੀ ਨੂੰ ਵੀ ਇੱਕ ਦੂਜੀ ਪਾਰਟੀ ਨੂੰ ਪੇ ਕਰਨ ਦੇ ਲਈ ਕਿਹਾ ਜਾ ਸਕਦਾ ਕੋਰਟ ਵੱਲੋਂ। ਜਿਹੜੀ ਇਹ ਵਾਲੀ ਜਿਹੜੀ ਕੋਟ ਹੈ ਸਬਸੈਕਸ਼ਨ 2 ਚ ਕੀ ਕਿਹਾ ਗਿਆ ਹੈ 35B ਦੇ ਸਬਸੈਕਸ਼ਨ 35B ਦੇ ਸਬਸੈਕਸ਼ਨ 2 ਚ ਕਿਹਾ ਗਿਆ ਵੀ ਇਹ ਵਾਲੀ ਜਿਹੜੀ ਕਾਸਟ ਹੈਗੀ ਹੈ ਫਾਰ ਦਾ ਡਿਲੇ ਔਰ ਫਾਰ ਦਾ ਫੇਲਰ ਟੂ, ਤਾਂ ਇਹ ਵਾਲੀ ਜਿਹੜੀ ਕਾਸਟ ਹੈਗੀ ਜਦੋਂ ਕੋਰਟ ਵੱਲੋਂ ਕਾਸਟ ਪਾਈ ਜਾਂਦੀ ਹੈ ਐਂਡ ਦੇ ਵਿੱਚ ਦਾਵਾ ਦਾਇਰ ਹੋਣ ਤੋਂ, ਦਾਵਾ ਫਾਈਨਲ ਡਿਗਰੀ ਜਦੋਂ ਪਾਸ ਕੀਤੀ ਜਾਂਦੀ ਹੈ, ਡਿਗਰੀ ਪਾਸ ਕਰਨ ਤੋਂ ਬਾਅਦ ਜਦੋਂ ਅਸੀਂ ਫਾਈਨਲ ਦੇਖਦੇ ਹਾਂ ਕੋਰਟ ਵੱਲੋਂ ਕੁਝ ਕਾਸਟਾਂ ਪਾਈਆਂ ਜਾਂਦੀਆਂ ਨੇ, ਠੀਕ ਹੈ, ਇਹ ਵਾਲੀ ਕਾਸਟ ਉਸ ਕਾਸਟ ਦੇ ਵਿੱਚ ਇਨਕਲੂਡ ਨਹੀਂ ਹੁੰਦੀ। ਨੈਕਸਟ ਹੈ ਪਾਰਟ 2 ਆ ਗਿਆ ਜੀ ਐਗਜ਼ੀਕਿਊਸ਼ਨ, ਜਿਹਨੂੰ ਆਪਾਂ ਪੰਜਾਬੀ ਚ ਅਜ਼ਰਾਏ ਕਹਿ ਦਿੰਦੇ ਆ, ਠੀਕ ਹੈ। ਜਦੋਂ ਕੋਈ ਡਿਗਰੀ ਪਾਸ ਹੁੰਦੀ ਹੈ ਕਿਸੇ ਕੋਰਟ ਵੱਲੋਂ, ਕੋਈ ਜਜਮੈਂਟ ਪਾਸ ਹੁੰਦੀ ਹੈ, ਮੰਨ ਲਓ ਕੋਈ ਮਨੀ ਡਿਗਰੀ ਪਾਸ ਹੋ ਗਈ, ਕਿਸੇ ਵਿਅਕਤੀ ਨੇ ਕਿਸੇ ਤੋਂ ਪੈਸੇ ਲੈਣੇ ਸੀ, ਜਾਂ ਕਿਸੇ ਵਿਅਕਤੀ ਨੇ ਕਿਸੇ ਜ਼ਮੀਨ ਦੀ ਡਿਗਰੀ ਪਾਸ ਹੋ ਗਈ, ਕਿਸੇ ਨੇ ਕਿਸੇ ਤੋਂ ਕਬਜ਼ਾ ਲੈਣਾ ਸੀਗਾ, ਠੀਕ ਹੈ, ਵੀ ਕਬਜ਼ਾ ਲੈਣਾ ਮਾਲਕੀ ਦੇ ਹੱਕ ਲੈਣ ਵਾਸਤੇ ਕੋਈ ਕਿਸੇ ਨੇ ਕੇਸ ਫਾਈਲ ਕੀਤਾ ਸੀ ਕੋਰਟ ਦੇ ਵਿੱਚ, ਉਹਦੇ ਮਾਲਕੀ ਦੇ ਹੱਕ ਉਹਦੇ ਹੱਕ ਦੇ ਵਿੱਚ ਹੋ ਗਏ, ਤਾਂ ਉਸ ਤੋਂ ਉਹ ਡਿਗਰੀ ਪਾਸ ਹੋ ਜਾਂਦੀ ਹੈ। ਡਿਗਰੀ ਪਾਸ ਹੋਣ ਤੋਂ ਬਾਅਦ ਫਿਰ ਡਿਗਰੀ ਨੂੰ ਇਜ਼ਰਾਏ ਕਰਾਉਣਾ ਪੈਂਦਾ ਹੈ, ਡਿਗਰੀ ਦੀ ਐਗਜ਼ੀਕਿਊਸ਼ਨ ਕੀਤੀ ਜਾਂਦੀ ਹੈ, ਠੀਕ ਹੈ। ਜੇ ਤਾਂ ਪਾਰਟੀ ਆਪਸ ਦੇ ਵਿੱਚ ਉਸੇ ਵੇਲੇ ਕੋਰਟ ਦੇ ਆਰਡਰ ਦੀ ਪਾਲਣਾ ਕਰ ਲੈਣ, ਇੱਕ ਦੂਜੇ ਨੂੰ ਲੈਣ ਦੇਣ ਕਰ ਲੈਣ, ਜਾਂ ਜ਼ਮੀਨ ਦੀ ਡਿਗਰੀ ਪਾਸ ਹੋਈ ਸੀ, ਕੋਰਟ ਜਿਹੜੀ ਪਾਰਟੀ ਹੈ ਉਸ ਨੂੰ ਜ਼ਮੀਨ ਦੇ ਦੇਵੇ, ਠੀਕ ਹੈ, ਕੋਰਟ ਦੇ ਆਰਡਰ ਦੇ ਮੁਤਾਬਕ, ਜਾਂ ਇੱਕ ਪਾਰਟੀ ਦੇ ਹੱਕ 'ਚ ਲੈਣ ਦੇਣ ਦਾ ਡਿਗਰੀ ਪਾਸ ਹੋਈ ਹੈ ਕਿ ਵਿਅਕਤੀ ਨੇ ਦੂਜੇ ਤੋਂ A ਨੇ B ਤੋਂ 2 ਲੱਖ ਰੁਪਏ ਲੈਣਾ ਸੀ, ਠੀਕ ਹੈ, ਤੇ B ਹੈ 2 ਲੱਖ ਰੁਪਏ A ਨੂੰ ਦੇ ਦੇਵੇ, ਗੱਲ ਖਤਮ ਹੋ ਗਈ, ਤਾਂ ਡਿਗਰੀ ਜਿਹੜੀ ਹੈਗੀ ਹੈ ਇੰਪਲੀਮੈਂਟ ਹੋ ਗਈ। ਪਰ ਜਿੱਥੇ ਕਿਤੇ ਪਾਰਟੀਆਂ ਕੋਰਟ ਦੇ ਆਰਡਰ ਦੀ ਜਿਹੜੀ ਹੈਗੀ ਹੈ ਪਾਲਣਾ ਨਹੀਂ ਕਰਦੀਆਂ, ਕੋਰਟ ਦੇ ਆਰਡਰ ਦੀ ਜਿਹੜੀ ਹੁਕਮ ਦੀ ਪਾਲਣਾ ਨਹੀਂ ਕਰਦੀਆਂ, ਤਾਂ ਕੀ ਹੈਗਾ ਉਸ ਡਿਗਰੀ ਨੂੰ ਐਗਜ਼ੀਕਿਊਸ਼ਨ ਕੋਰਟ ਦੇ ਵਿੱਚ ਜਿਹੜੀ ਹੈਗੀ ਅਗਲੀ ਕਾਰਵਾਈ ਸਟਾਰਟ ਕੀਤੀ ਜਾ ਸਕਦੀ ਹੈ। ਮਤਲਬ ਕਿ ਕਬਜ਼ਾ ਲੈਣਾ ਹੋਵੇ ਜ਼ਮੀਨ ਦਾ, ਜਾਂ ਪੇਮੈਂਟ ਲੈਣੀ ਹੋਵੇ ਜ਼ਮੀਨ ਦੀ, ਤਾਂ ਵਿਅਕਤੀ ਨੇ ਪੇਮੈਂਟ ਲੈਣੀ ਹੋਵੇ ਕਿਸੇ ਦੂਜੇ ਤੋਂ, ਜਾਂ ਕੋਈ ਹੋਰ ਕਾਰਵਾਈ ਹੋਵੇ ਜਿਹੜੀ ਕੋਰਟ ਦੇ ਵਿੱਚ ਡਿਗਰੀ ਦੇ ਵਿੱਚ ਪਾਸ ਕੀਤੀ ਗਈ ਹੋਵੇ, ਉਸ ਨੂੰ ਇੰਪਲੀਮੈਂਟ ਕਰਨ ਦੀ ਖਾਤਰ ਜਿਹੜੀ ਹੈਗੀ ਇੱਕ ਐਗਜ਼ੀਕਿਊਸ਼ਨ ਦਾ ਪ੍ਰੋਸੈਸ ਹੈਗਾ। ਸੈਕਸ਼ਨ 36 ਕੀ ਕਹਿੰਦਾ ਹੈ? Application to orders, the provisions of this code relating to the execution of the decree be deemed to apply to the execution of the orders। ਯਾਨੀ ਕਿ ਜਿਸ ਵਿਅਕਤੀ ਦੇ ਹੱਕ ਦੇ ਵਿੱਚ ਕੋਈ ਡਿਗਰੀ ਪਾਸ ਹੋਈ ਹੁੰਦੀ ਹੈ, ਉਹ ਅਰਜ਼ੀ ਦੇਵੇਗਾ ਕੋਰਟ ਦੇ ਵਿੱਚ, ਜਿਸ ਕੋਰਟ ਨੇ ਡਿਗਰੀ ਪਾਸ ਕੀਤੀ ਸੀਗੀ ਉੱਥੇ ਅਰਜ਼ੀ ਦੇਵੇਗਾ, ਉਸ ਕੋਰਟ 'ਚ ਅਰਜ਼ੀ ਦੇਵੇਗਾ ਵੀ ਮੇਰੀ ਇਹ ਡਿਗਰੀ ਹੈ, ਇਸ ਨੂੰ ਲਾਗੂ ਕਰਵਾਇਆ ਜਾਵੇ। ਸੈਕੰਡ ਹੈ ਸੈਕਸ਼ਨ 37 ਡੈਫੀਨੇਸ਼ਨ ਆਫ ਦਾ ਕੋਰਟ ਵਿਚ ਪਾਸ ਅ ਡਿਗਰੀ। ਕੋਰਟ ਦੀ ਡੈਫੀਨੇਸ਼ਨ ਕੀ ਹੈ? ਕਹਿੰਦੇ ਜਿਹੜੀ ਜਿਸ ਕੋਰਟ ਨੇ ਡਿਗਰੀ ਪਾਸ ਕੀਤੀ ਹੈ, ਇਹ ਇਨੀਸ਼ੀਅਲ ਕੋਰਟ ਵੀ ਹੋ ਸਕਦੀ ਹੈ, ਫਸਟ ਸਟੇਜ ਤੇ ਜਿਸ ਕੋਰਟ 'ਚ ਅਸੀਂ ਦਾਵਾ ਦਾਇਰ ਕਰਦੇ ਹਾਂ ਉਹ ਕੋਰਟ ਵੀ ਡਿਗਰੀ ਪਾਸ ਕਰ ਸਕਦੀ ਹੈ, ਜਾਂ ਫਿਰ ਜਿਹੜੀ ਡਿਗਰੀ ਹੁੰਦੀ ਹੈ ਉਹ ਅਪੀਲੈਂਟ ਕੋਰਟ ਦੇ ਵਿੱਚ ਵੀ ਜਾ ਕੇ ਪਹਿਲੀ ਕੋਰਟ ਨੇ ਦਾਵਾ ਨੂੰ ਡਿਸਮਿਸ ਕਰ ਦਿੱਤਾ ਹੋਵੇ, ਦੂਜੀ ਪਾਰਟੀ ਅਪੀਲ ਚਲੀ ਗਈ ਹੋਵੇ, ਤਾਂ ਅਪੀਲੈਂਟ ਕੋਰਟ ਵੀ ਜਿਹੜੀ ਡਿਗਰੀ ਪਾਸ ਕਰ ਸਕਦੀ ਹੈ, ਦਾ ਕੋਰਟ ਆਫ ਫਸਟ ਇੰਸਟੈਂਸ। ਤਾਂ ਉਸ ਨੂੰ ਉਸ ਵੇਲੇ ਉਹ ਕੋਰਟ ਆਫ, ਜੇ ਅਪੀਲੈਂਟ ਕੋਰਟ ਹੈ ਤਾਂ ਉਹ ਕੋਰਟ ਆਫ ਫਸਟ ਇੰਸਟੈਂਸ ਕਹੀ ਜਾਂਦੀ ਹੈ। ਇਹ ਚੈਨਈ ਹੈ ਵੀ ਡੈਫੀਨੇਸ਼ਨ ਕਿਹੜੀ ਕੋਰਟ ਡਿਗਰੀ ਪਾਸ ਕਰਦੇ, ਇਨੀਸ਼ੀਅਲ ਕੋਰਟ ਵੀ ਪਾਸ ਕਰ ਸਕਦੀ ਹੈ, ਅਪੀਲੈਂਟ ਕੋਰਟ ਵੀ ਜਾ ਕੇ ਡਿਗਰੀ ਪਾਸ ਹੋ ਸਕਦੀ ਹੈ। ਨੈਕਸਟ ਹੈ ਕੋਰਟਸ ਬਾਈ ਵਿਚ ਡਿਗਰੀ ਮੇ ਬੀ ਐਗਜ਼ੀਕਿਊਟਡ। ਕਿਹੜੀਆਂ ਕੋਰਟਾਂ ਵੱਲੋਂ ਜਿਹੜੀ ਡਿਗਰੀ ਐਗਜ਼ੀਕਿਊਟ ਕੀਤੀ ਜਾਂਦੀ ਹੈ? ਜਿਸ ਕੋਰਟ ਨੇ ਡਿਗਰੀ ਪਾਸ ਕੀਤੀ ਹੈ ਉਹ ਕੋਰਟ ਵੀ ਡਿਗਰੀ ਐਗਜ਼ੀਕਿਊਟ ਕਰ ਸਕਦੀ ਹੈ, ਜਾਂ ਫਿਰ ਉਹ ਕੋਰਟ ਜਿਹੜੀ ਹੈਗੀ ਹੈ ਜਿਸ ਨੇ ਪਾਸ ਕੀਤੀ ਹੈ ਕਿਸੇ ਹੋਰ ਕੋਰਟ ਦੇ ਵਿੱਚ ਵੀ ਜ਼ਰੂਰਤ ਦੇ ਮੁਤਾਬਕ ਕਿਸੇ ਹੋਰ ਕੋਰਟ ਦੇ ਵਿੱਚ ਜਿਹੜੀ ਡਿਗਰੀ ਹੈ ਐਗਜ਼ੀਕਿਊਸ਼ਨ ਕਰਨ ਦੇ ਲਈ ਟ੍ਰਾਂਸਫਰ ਕੀਤੀ ਜਾ ਸਕਦੀ ਹੈ। ਸੈਕਸ਼ਨ 38 ਕੀ ਕਹਿੰਦਾ ਹੈ? ਕੋਰਟ ਬਾਈ ਵਿਚ ਡਿਗਰੀ ਮੇ ਬੀ ਐਗਜ਼ੀਕਿਊਟਡ, ਆ ਡਿਗਰੀ ਮੇ ਬੀ ਐਗਜ਼ੀਕਿਊਟਡ ਆਈਦਰ ਬਾਈ ਦਾ ਕੋਰਟ ਵਿਚ ਪਾਸ ਇਟ ਔਰ ਬਾਈ ਦਾ ਕੋਰਟ ਟੂ ਵਿਚ ਇਟ ਇਜ਼ ਸੈਂਟ ਫਾਰ ਦਾ ਐਗਜ਼ੀਕਿਊਸ਼ਨ। ਦੂਜੀ ਕੋਰਟ ਨੂੰ ਵੀ ਜਿਹੜੀ ਕੋਰਟ ਹੈ ਭੇਜ ਸਕਦੀ ਹੈ ਡਿਗਰੀ ਦੀ ਐਗਜ਼ੀਕਿਊਸ਼ਨ ਕਰਨ ਦੀ ਖਾਤਰ, ਡਿਗਰੀ ਅਜ਼ਰਾਏ ਕਰਨ ਦੀ ਖਾਤਰ। ਜਿਸ ਕੋਰਟ ਦੇ ਵਿੱਚ ਅਰਜ਼ੀ ਦਿੱਤੀ ਸੀ ਵਿਅਕਤੀ ਨੇ, ਠੀਕ ਹੈ, ਜਿਸ ਨੇ ਡਿਗਰੀ ਪਾਸ ਕੀਤੀ ਸੀ, ਜੇ ਤਾਂ ਉਹਦੇ ਅਧਿਕਾਰ ਖੇਤਰ ਦੇ ਵਿੱਚ ਕੋਈ ਲੈਂਡ ਹੈਗੀ ਹੈ ਜਿਹਨੂੰ ਅਟੈਚ ਕਰਨਾ ਹੈ, ਸੇਲ ਕਰਨਾ ਹੈ, ਤਾਂ ਉਹ ਡਿਗਰੀ ਆਪ ਐਗਜ਼ੀਕਿਊਟ ਕਰ ਸਕਦੀ ਹੈ। ਜੇਕਰ ਉਹਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਹੈਗੀ ਪ੍ਰਾਪਰਟੀ ਉਹ ਇਸ ਵੇਲੇ,
ठीक है, ਤਾਂ ਉਹ ਕੰਸਰਨ ਕੋਰਟ ਜਿਹੜੀ ਕੋਰਟ ਦੇ ਵਿੱਚ ਅਧਿਕਾਰ ਖੇਤਰ ਜੋ ਪ੍ਰਾਪਰਟੀ ਵਗੈਰਾ ਹੈਗੀ ਹੈ ਜਿੱਥੇ ਡਿਗਰੀ ਅਜ਼ਰਾਈ ਕੀਤੀ ਜਾਣੀ ਬਣਦੀ ਹੈ ਤਾਂ ਉਸ ਕੋਰਟ ਦੇ ਵਿੱਚ ਜਿਹੜੀ ਕੋਰਟ ਵੱਲੋਂ ਡਿਗਰੀ ਭੇਜੀ ਜਾ ਸਕਦੀ ਹੈ। Transfer of degree, section 39. The court which passed a degree may, on the application of a degree holder, अर्जी देगा, ठीक है, ਜਿਹਦੇ ਹੱਕ ਡਿਗਰੀ ਪਾਸ ਹੋਈ ਸੀਗੀ, on the application of a degree holder, send it for the execution to another court for the competent jurisdiction। ਬਸ ਉਸ ਕੋਰਟ ਦੀ ਜਿਹੜੀ ਹੈਗੀ ਹੈ ਕੰਪੀਟੈਂਟ ਜੁਰਿਸਡਿਕਸ਼ਨ ਹੋਣੀ ਚਾਹੀਦੀ ਹੈ ਜਿਹਨੂੰ ਡਿਗਰੀ ਭੇਜੀ ਜਾ ਰਹੀ ਹੈ, ठीक है जी। If the person against whom the degree is passed actually and voluntarily resides or carries on business or personally purpose for gain, ਜਿੱਥੇ ਜਿਸ ਵਿਅਕਤੀ ਦੇ ਖਿਲਾਫ ਡਿਗਰੀ ਪਾਸ ਹੋਈ ਵੀ ਹੈ, ਜਿੱਥੇ ਉਹ ਵਿਅਕਤੀ ਰਹਿ ਰਿਹਾ ਹੈਗਾ ਜਾਂ ਆਪਦਾ ਕਾਰੋਬਾਰ ਕਰ ਰਿਹਾ ਰਹਿੰਦਾ ਹੈ, ਕਾਰੋਬਾਰ ਕਰਦਾ ਹੈ, ਠੀਕ ਹੈ, ਉਹ ਕਿੱਥੇ ਰਹਿੰਦਾ ਹੈ, ਕਿੱਥੇ ਕਾਰੋਬਾਰ ਕਰਦਾ ਹੈ, ਕਿਹੜੀ ਕੋਰਟ ਦੇ ਅਧੀਨ ਆਉਂਦਾ ਹੈ, ਉਸ ਕੋਰਟ ਨੂੰ ਡਿਗਰੀ ਜਿਹੜੀ ਹੈਗੀ ਹੈ ਲੋਕਲ ਲਿਮਿਟ ਆਫ ਦਾ ਜੁਰਿਸਡਿਕਸ਼ਨ ਆਫ ਦਾ ਸੱਚ ਕੋਰਟ, ਉਸ ਕੋਰਟ ਨੂੰ ਡਿਗਰੀ ਹੈ ਭੇਜੀ ਜਾ ਸਕਦੀ ਹੈ ਜਿੱਥੇ ਉਹ ਵਿਅਕਤੀ ਰਹਿੰਦਾ ਹੋਵੇ ਜਿਹਦੇ ਖਿਲਾਫ ਡਿਗਰੀ ਪਾਸ ਹੋਈ ਵੀ ਹੈ, ਉੱਥੇ ਡਿਗਰੀ ਅਜ਼ਰਾਈ ਕਰਨ ਦੀ ਖਾਤਰ ਭੇਜੀ ਜਾ ਸਕਦੀ ਹੈ। ਇਫ ਸਚ ਪਰਸਨ ਹੈਜ਼ ਨੋ ਪ੍ਰੋਪਰਟੀ, ਜੇ ਉਸ ਵਿਅਕਤੀ ਦੇ ਕੋਲ ਪ੍ਰੋਪਰਟੀ ਨਹੀਂ ਕੋਈ ਹੈਗੀ, ਜਾਇਦਾਦ ਨਹੀਂ ਹੈਗੀ, ਕਿਸੇ ਹੋਰ ਕੋਰਟ ਦੀ ਜੁਰਿਸਡਿਕਸ਼ਨ ਦੇ ਵਿੱਚ ਹੈਗੀ ਹੈ, ਜਿਸ ਕੋਰਟ 'ਚ ਅਰਜੀ ਦਿੱਤੀ ਸੀਗੀ, ਜਿਸ ਕੋਰਟ ਨੇ ਡਿਗਰੀ ਪਾਸ ਕੀਤੀ ਸੀਗੀ ਉਸ ਕੋਰਟ ਦੇ ਅਧਿਕਾਰ ਖੇਤਰ 'ਚ ਕੋਈ ਜਾਇਦਾਦ ਪ੍ਰੋਪਰਟੀ ਨਹੀਂ ਹੈਗੀ, ਤਾਂ ਜਿੱਥੇ ਪ੍ਰੋਪਰਟੀ ਉਹਦੀ ਹੈਗੀ ਹੈ ਉਸ ਕੋਰਟ ਨੂੰ ਜਿਹੜੀ ਡਿਗਰੀ ਹੈ ਭੇਜੀ ਜਾ ਸਕਦੀ ਹੈ। ਦੈਨ ਇਫ ਦਾ ਡਿਗਰੀ ਡੈਟਸ ਦਾ ਸੇਲ ਔਰ ਡਿਲੀਵਰੀ ਆਫ ਦਾ ਮੂਵੇਬਲ ਪ੍ਰੋਪਰਟੀ, ਜੇਕਰ ਡਿਗਰੀ ਸੰਬੰਧਿਤ ਹੈ ਕਿਸੇ ਇਮੂਵੇਬਲ ਪ੍ਰੋਪਰਟੀ, ਕਿਸੇ ਗੱਡੀ ਦੇ ਲਈ, ਕਿਸੇ ਟਰੱਕ ਬੱਸ ਕਾਰ ਵਗੈਰਾ ਦੇ ਸੰਬੰਧ ਵਿੱਚ ਉਹਦੀ ਸੇਲ ਕਰਨੀ ਹੈ, ਠੀਕ ਹੈ, ਤਾਂ ਆਊਟਸਾਈਡ ਦਾ ਲੋਕਲ ਲਿਮਿਟਸ ਆਫ ਦਾ ਜੁਰਿਸਡਿਕਸ਼ਨ ਆਫ ਦਾ ਕੋਰਟ, ਜੋ ਜਿਹੜੀ ਪ੍ਰੋਪਰਟੀ ਹੈ ਇਸ ਕੋਰਟ ਦੇ ਤੋਂ ਬਾਹਰ ਹੈ ਕਿਤੇ, ਠੀਕ ਹੈ, ਤਾਂ ਜਿੱਥੇ ਉਹ ਪ੍ਰੋਪਰਟੀ ਹੈਗੀ ਹੈ ਉਸ ਕੋਰਟ ਨੂੰ, ਕੰਸਰਨ ਕੋਰਟ ਨੂੰ ਡਿਗਰੀ ਭੇਜੀ ਜਾ ਸਕਦੀ ਹੈ ਅਜ਼ਰਾਈ ਕਰਨ ਦੀ ਖਾਤਰ। ਇਫ ਦਾ ਡਿਗਰੀ ਟੈਕਸ ਦਾ ਸੇਲ ਔਰ ਡਿਲੀਵਰੀ ਆਫ ਇਮੂਵੇਬਲ ਪ੍ਰੋਪਰਟੀ, ਜੇ ਕੋਈ ਫਿਰ ਆ ਗਈ ਸੇਲ ਦੀ ਗੱਲ ਆ ਗਈ, ਡਿਲੀਵਰੀ ਦੀ ਗੱਲ ਆ ਗਈ, ਅਚਲ ਜਾਇਦਾਦ ਦੀ ਗੱਲ ਆ ਗਈ, ਸਿਚੁਏਟ ਆਊਟਸਾਈਡ ਦਾ ਲੋਕਲ ਲਿਮਿਟਸ ਆਫ ਦਾ ਕੋਰਟ ਵਿੱਚ ਪਾਸ ਇਟ, ਜੇ ਜਿਸ ਕੋਰਟ ਨੇ ਡਿਗਰੀ ਪਾਸ ਕੀਤੀ ਸੀਗੀ ਜਿਹੜੀ ਉਹਦੀ ਅਚਲ ਜਾਇਦਾਦ ਹੈ ਕਿਸੇ ਹੋਰ ਕੋਰਟ ਦੇ ਅਧਿਕਾਰ ਖੇਤਰ 'ਚ ਹੈ ਤਾਂ ਦੂਜੀ ਕੋਰਟ ਨੂੰ ਇਹ ਡਿਗਰੀ ਭੇਜੀ ਜਾਏਗੀ। ਇਫ ਦਾ ਕੋਰਟ ਵਿੱਚ ਪਾਸ ਦਾ ਡਿਗਰੀ ਕੰਸੀਡਰਸ ਫਾਰ ਐਨੀ ਅਦਰ ਰੀਜ਼ਨ, ਜਾਂ ਕੋਈ ਹੋਰ ਵੀ ਕਾਰਨ ਹੋ ਸਕਦਾ ਹੈ, ਉੱਪਰਲੇ 5-4 ਕਾਰਨ ਦੱਸੇ ਨੇ ਕਿੱਥੇ, ਜਿੱਥੇ ਬੰਦੇ ਜਿਸ ਦੇ ਖਿਲਾਫ ਡਿਗਰੀ ਪਾਸ ਹੋਈ ਹੈ ਜਿੱਥੇ ਉਹ ਰਹਿੰਦਾ ਹੋਵੇ ਉੱਥੇ ਭੇਜੀ ਜਾ ਸਕਦੀ ਹੈ, ਠੀਕ ਹੈ, ਜਾਂ ਜਿੱਥੇ ਉਹਦੀ ਅਚਲ ਜਾਇਦਾਦ ਪਈ ਹੋਵੇ ਜਾਂ ਚੱਲ ਜਾਇਦਾਦ ਪਈ ਹੋਵੇ, ਜਿੱਥੇ ਵੀ ਕਿਤੇ ਹੈਗੀ ਹੈ ਉਸ ਕੋਰਟ ਦੇ ਅਧਿਕਾਰ ਖੇਤਰ ਹੋਵੇ ਉੱਥੇ ਭੇਜੀ ਜਾ ਸਕਦੀ ਹੈ ਡਿਗਰੀ ਅਜ਼ਰਾਈ ਕਰਨ ਦੀ ਖਾਤਰ, ਜਾਂ ਕੋਰਟ ਨੂੰ ਕੋਈ ਹੋਰ ਰੀਜ਼ਨ ਹੋਵੇ, ਸ਼ਾਇਦ ਰਿਕਾਰਡ ਰਾਈਟਿੰਗ ਤਾਂ ਕੋਡ ਹੈਗੀ ਹੈ, ਉਹ ਰੀਜ਼ਨ ਨੂੰ ਰਿਕਾਰਡ ਕਰਕੇ, ਜਿਵੇਂ ਡਿਗਰੀ ਹੋਲਡਰ ਨੇ ਕੋਈ ਇੱਦਾਂ ਦੀ ਕੋਈ ਗੱਲ ਦੱਸੀ ਹੈ ਕੋਰਟ ਨੂੰ ਵੀ ਡਿਗਰੀ ਉੱਥੇ ਵੀ ਅਜ਼ਰਾਈ ਹੋ ਸਕਦੀ ਹੈ, ਤਾਂ ਡਿਗਰੀ ਸ਼ੁੱਡ ਬੀ ਐਗਜ਼ੀਕਿਊਟਡ ਬਾਈ ਸੱਚ ਅਦਰ ਕੋਰਟ, ਤਾਂ ਉਸ ਕੋਰਟ ਨੂੰ, ਕੰਸਰਨ ਕੋਰਟ ਨੂੰ ਰੀਜ਼ਨ ਦਿੰਦੇ ਹੋਏ ਜਿਹੜੀ ਡਿਗਰੀ ਹੈ ਕੋਰਟ ਵੱਲੋਂ ਭੇਜੀ ਜਾ ਸਕਦੀ ਹੈ ਅਜ਼ਰਾਈ ਕਰਨ ਦੀ ਖਾਤਰ। ਦਾ ਕੋਰਟ ਵਿੱਚ ਪਾਸ ਏ ਡਿਗਰੀ, ਜਿਸ ਕੋਰਟ ਨੇ ਡਿਗਰੀ ਪਾਸ ਕੀਤੀ ਸੀਗੀ, ਮੇ of its own motion, ਆਪਦੀ ਮਰਜ਼ੀ ਨਾਲ, send it for the execution to the any subordinate court of competent jurisdiction। ਅਰਜੀ ਆ ਗਈ ਪਾਰਟੀ ਦੀ ਵੀ ਡਿਗਰੀ ਮੇਰੀ ਅਜ਼ਰਾਈ ਕਰਾਓ, ਜਾਂ ਉੱਪਰ ਤਾਂ ਅਰਜੀ ਦੀ ਗੱਲ ਕੀਤੀ ਸੀ, ਹੁਣ ਇੱਥੇ ਆ ਗਈ ਗੱਲ ਕੋਰਟ ਆਪਦੀ ਮਰਜ਼ੀ ਦੇ ਨਾਲ ਆਪਣੀ ਕਿਸੇ ਸੈਸ਼ਨ, ਮੰਨ ਲਓ ਜਿਹੜੀ ਐਡੀਸ਼ਨਲ ਸੈਸ਼ਨ ਜੱਜ ਨੇ ਡਿਗਰੀ ਪਾਸ ਕੀਤੀ ਸੀਗੀ, ਠੀਕ ਹੈ, ਐਪਲੀਕੇਸ਼ਨ ਤਾਂ ਉੱਪਰਲੇ ਕੇਸਾਂ 'ਚ ਆਈ ਹੈ, ਇੱਥੇ ਜਿਹੜੀ ਐਡੀਸ਼ਨਲ ਸੈਸ਼ਨ ਜੱਜ ਹੈ ਆਪਣੇ ਕਿਸੇ ਸਬਆਰਡੀਨੇਟ ਕੋਰਟ ਦੇ ਵਿੱਚ ਵੀ ਜਿਹੜੀ ਡਿਗਰੀ ਹੈ ਅਜ਼ਰਾਈ ਕਰਨ ਦੀ ਖਾਤਰ ਭੇਜੀ ਜਾ ਸਕਦੀ ਹੈ ਆਪਣੀ ਮਰਜ਼ੀ ਦੇ ਨਾਲ, ਆਫ ਇਟਸ ਓਨ ਮੋਸ਼ਨ। ਸਬਸੈਕਸ਼ਨ 3 'ਚ ਕੀ ਕਿਹਾ ਗਿਆ, ਫਾਰ ਦਾ ਪਰਪਸ ਆਫ ਦਿਸ ਸੈਕਸ਼ਨ ਏ ਕੋਰਟ ਸ਼ੈਲ ਬੀ ਡੀਮਡ ਟੂ ਬੀ ਏ ਕੋਰਟ ਆਫ ਕੰਪੀਟੈਂਟ ਜੁਰਿਸਡਿਕਸ਼ਨ। ਕੰਪੀਟੈਂਟ ਜੁਰਿਸਡਿਕਸ਼ਨ ਆਪਾਂ ਗੱਲ ਕੀਤੀ ਸੀ, ਜਿਹੜੀ ਡਿਗਰੀ ਹੈ ਉੱਥੇ ਭੇਜਣੀ ਚਾਹੀਦੀ ਹੈ ਜਿੱਥੇ ਕੋਰਟ ਨੂੰ ਅਧਿਕਾਰ ਪੂਰਾ ਹੋਵੇ, ਅਧਿਕਾਰ ਟਾਈਮ ਮੇਕਿੰਗ ਦਾ ਐਪਲੀਕੇਸ਼ਨ ਫਾਰ ਟ੍ਰਾਂਸਫਰ ਆਫ ਏ ਡਿਗਰੀ ਟੂ ਇਟ, ਸੱਚ ਕੋਰਟ ਵੁੱਡ ਹੈਵ ਜੁਰਿਸਡਿਕਸ਼ਨ ਟੂ ਟਰਾਈ ਦਾ, ਜਦੋਂ ਡਿਗਰੀ ਟ੍ਰਾਂਸਫਰ, ਜਦੋਂ ਅਰਜੀ ਦਿੱਤੀ ਜਾ ਰਹੀ ਹੈ ਉਦੋਂ ਉਸ ਕੋਰਟ ਨੂੰ ਜਿੱਥੇ ਡਿਗਰੀ ਅਸੀਂ ਮੰਗਵਾਉਣਾ ਚਾਹੁੰਦੇ ਹਾਂ, ਡਿਗਰੀ ਹੋਲਡਰ ਕਹਿੰਦਾ ਵੀ ਇਸ ਕੋਰਟ 'ਚ ਭੇਜ ਦਿਓ ਜੀ ਮੇਰੀ ਡਿਗਰੀ, ਪਰ ਉਸ ਕੋਰਟ ਕੋਲੇ ਉਸ ਕੰਸਰਨਡ ਕੇਸ ਨੂੰ ਸੁਣਨ ਦਾ ਅਧਿਕਾਰ ਹੋਣਾ ਚਾਹੀਦਾ ਹੈ, ਜਿਸ ਕੇਸ ਦੇ ਵਿੱਚ ਇਹ ਡਿਗਰੀ ਪਾਸ ਹੋਈ ਹੈ ਉਸ ਕੇਸ ਨੂੰ ਸੁਣਨ ਦਾ ਅਧਿਕਾਰ ਕੋਰਟ ਕੋਲੇ ਹੋਣਾ ਚਾਹੀਦਾ ਜਿਸ ਦੇ ਵਿੱਚ ਅਸੀਂ ਡਿਗਰੀ ਪਾਸ ਆਪਣਾ ਟ੍ਰਾਂਸਫਰ ਕਰਵਾ ਕੇ ਲੈ ਕੇ ਜਾਣਾ ਚਾਹੁੰਦੇ ਹਾਂ। ਇਹ ਸਬਸੈਕਸ਼ਨ 30 ਕਿਹਾ ਗਿਆ।
सबसैक्शन 4 की कहते हैं जी, नथिंग इन दिस सेक्शन शैल बी डीम्ड टू ऑथराइज द कोर्ट which passed a decree to execute such a decree against any person or property outside the local limits of its jurisdiction। ਇੱਥੇ ਕਿਹਾ ਗਿਆ ਸੈਕਸ਼ਨ 4 ਦੇ ਵਿੱਚ, ਜੇਕਰ ਕੋਰਟ ਦਾ ਜਿਸ ਨੇ ਡਿਗਰੀ ਪਾਸ ਕੀਤੀ ਗਈ ਹੈ, ਕੋਰਟ ਆਪਣੇ ਅਧਿਕਾਰ ਖੇਤਰ ਦੇ ਵਿੱਚ ਤਾਂ ਡਿਗਰੀ ਜਾਰੀ ਕਰ ਸਕਦੀ ਹੈ, ਪਰ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਜਿਹੜੀ ਡਿਗਰੀ ਹੈ ਉਹ ਜਾਰੀ ਨਹੀਂ ਕਰੀ ਜਾ ਸਕਦੀ। ਉਹ ਆਪਾਂ ਉੱਪਰ ਪੜ੍ਹ ਕੇ ਗਏ ਹਾਂ ਵੀ ਉਹ ਕੰਸਰਨਡ ਕੋਰਟ ਨੂੰ ਭੇਜਣੀ ਪੈਂਦੀ ਹੈ ਜਾਰੀ ਕਰਨ ਦੀ ਖਾਤਰ। ਸੈਕਸ਼ਨ 40 ਹੈ, ਦੇਖੋ ਇਹ ਪ੍ਰੈਕਟੀਕਲ ਸਾਰਾ ਜੋ ਅੱਜ ਦੀ ਡੇਟ ਦੇ ਵਿੱਚ ਤੁਸੀਂ ਇਹ ਰੋਜ਼ ਦੇਖਦੇ ਹੋ, ਠੀਕ ਹੈ, ਡਿਗਰੀਆਂ ਕਿਵੇਂ ਜ਼ਰਾਇਆ ਹੁੰਦੀਆਂ ਨੇ ਕੋਰਟਾਂ, ਫਿਰ ਆਪਾਂ ਨੂੰ ਅਟੈਚਮੈਂਟ ਦੇ ਆਰਡਰ ਭੇਜਦੀਆਂ ਨੇ, ਬੋਲੀਆਂ ਦੀ ਵੀ ਆਉਂਦੀਆਂ ਨੇ, ਕਿਸੇ ਨੇ ਕਿਸ ਤੋਂ ਪੈਸੇ ਲੈਣੇ ਉਹਦੀ ਪ੍ਰੋਪਰਟੀ ਵੀ ਅਸੀਂ ਅਟੈਚ ਕਰਦੇ ਹਾਂ, ਠੀਕ ਹੈ। ਸਾਡੇ ਕੋਲ ਦੋ ਤਰੀਕੇ ਦੇ ਆਰਡਰ ਆਉਂਦੇ ਆ, ਸਾਡੇ ਕੋਲ ਡਿਗਰੀਆਂ ਆਉਂਦੀਆਂ ਓਰੀਜਨਲ, ਜਾਂ ਫਿਰ ਸਾਡੇ ਕੋਲ ਐਗਜ਼ੀਕਿਊਟਿੰਗ ਆਰਡਰ ਆਉਂਦੇ ਆ। ਧਿਆਨ ਨਾਲ ਪੜ੍ਹਿਆ ਕਰੋ, ਜਦੋਂ ਤੁਹਾਡੇ ਕੋਲ ਕੋਈ ਅਟੈਚਮੈਂਟ ਦਾ ਆਰਡਰ ਆਉਂਦਾ ਵੀ ਉਹ ਐਗਜ਼ੀਕਿਊਟਿੰਗ ਕੋਰਟ ਨੇ ਜਾਰੀ ਕੀਤਾ ਜਾਂ ਕਿਸੇ ਦੂਜੀ ਕੋਰਟ ਨੇ ਜਾਰੀ ਕੀਤਾ, ਜਿੱਥੇ ਦਾਵਾ ਦਾਇਰ ਹੋਇਆ ਉਸ ਨੇ ਜਾਰੀ ਕੀਤਾ, ਜਾਂ ਕਿਸੇ ਐਗਜ਼ੀਕਿਊਟਿੰਗ ਕੋਰਟ ਨੇ ਜਾਰੀ ਕੀਤਾ। ਦੋ ਤਰ੍ਹਾਂ ਦੇ ਕੋਰਟਾਂ ਦੀ ਇੱਥੇ ਮਤਲਬ ਕਿ ਗੱਲ ਕੀਤੀ ਜਾ ਰਹੀ ਹੈ, ਓਰੀਜਨਲ ਕੋਰਟ ਆਫ ਦਾ ਫਸਟ ਇੰਸਟੈਂਸ ਜਾਂ ਐਗਜ਼ੀਕਿਊਟਿੰਗ ਕੋਰਟ, ਜਿਹੜੀ ਕੋਰਟ ਨੂੰ ਜਿਹੜੀ ਡਿਗਰੀ ਨੂੰ ਐਗਜ਼ੀਕਿਊਟ ਕਰ ਰਹੀ ਹੈ, ਜ਼ਰਾਇ ਕਰ ਰਹੀ ਹੈ। ਦੇਖੋ ਅੱਗੇ ਸੈਕਸ਼ਨ 40 ਆਇਆ। ਸੈਕਸ਼ਨ 40 ਚ ਕੀ ਕਿਹਾ ਗਿਆ? ਟ੍ਰਾਂਸਫਰ ਆਫ ਡਿਗਰੀ ਟੂ ਕੋਰਟ ਇਨ ਅਨਦਰ ਸਟੇਟ। ਮੰਨ ਲਓ ਪੰਜਾਬ ਸਟੇਟ 'ਚ ਅਸੀਂ ਬੈਠੇ ਹਾਂ, ਅਸੀਂ ਡਿਗਰੀ ਕੋਈ ਪਾਸ ਕਰ ਦਿੱਤੀ, ਠੀਕ ਹੈ, ਵਿਅਕਤੀ ਕਿਸੇ ਬਾਹਰਲੀ ਕੰਟਰੀ ਬਾਹਰਲੀ ਸਟੇਟ 'ਚ ਰਹਿੰਦਾ ਹੈ, ਤਾਂ ਜਿਹੜੀ ਡਿਗਰੀ ਹੈਗਾ ਐਗਜ਼ੀਕਿਊਸ਼ਨ ਦੀ ਖਾਤਰ ਕਿਸੇ ਹੋਰ ਸਟੇਟ 'ਚ ਵੀ ਭੇਜੀ ਜਾ ਸਕਦੀ ਹੈ। ਵੇਅਰ ਏ ਡਿਗਰੀ ਇਜ਼ ਸੈਂਟ ਫਾਰ ਐਗਜ਼ੀਕਿਊਸ਼ਨ ਟੂ in another state, it shall be sent to such court as executed in such manner as may be prescribed by rules in force in the state। ਉਹ ਮਤਲਬ ਇਸੇ ਦੀ ਕੀ ਐਗਜ਼ੀਕਿਊਟ ਕੀਤੀ ਜਾਵੇਗੀ ਜਿਵੇਂ ਉਸ ਕੋਰਟ ਨੇ ਦਾਵਾ ਆਪ ਮਤਲਬ ਕਿ ਡਿਗਰੀ ਕੀਤਾ ਹੋਵੇ। ਸੈਕਸ਼ਨ 41 ਚ ਕੀ ਹੈ? ਰਿਜ਼ਲਟ ਆਫ ਦਾ ਐਗਜ਼ੀਕਿਊਸ਼ਨ ਪ੍ਰੋਸੀਡਿੰਗ ਟੂ ਬੀ ਸਰਟੀਫਾਈਡ। ਰਿਜ਼ਲਟ ਆਫ ਐਗਜ਼ੀਕਿਊਸ਼ਨ, ਇੱਕ ਕੋਰਟ ਨੇ ਐਗਜ਼ੀਕਿਊਸ਼ਨ ਲਈ ਦੂਜੀ ਕੋਰਟ ਨੂੰ, ਏ ਕੋਰਟ ਨੇ ਬੀ ਕੋਰਟ ਨੂੰ ਭੇਜੀ ਸੀਗੀ ਡਿਗਰੀ ਫਾਰ ਐਗਜ਼ੀਕਿਊਸ਼ਨ, ਬੀ ਕੋਰਟ ਨੇ ਕੀ ਕੀਤਾ, ਉਹਦਾ ਕੀ ਰਿਜ਼ਲਟ ਨਿਕਲਿਆ, ਕੀ ਕਾਰਵਾਈ ਕੀਤੀ, ਠੀਕ ਹੈ। ਇਹ ਸਾਰਾ ਰਿਜ਼ਲਟ ਲਗਾ ਕੇ ਫਿਰ ਉਹ ਜਿਹੜਾ ਦੁਬਾਰਾ ਜਿਹੜੀ ਹੈਗੀ ਕੋਰਟ ਜਿਹੜੀ ਓਰੀਜਨਲ ਕੋਰਟ ਹੈਗੀ ਉੱਥੇ ਭੇਜਿਆ ਜਾਂਦਾ ਹੈ। ਤਾਂ ਕੋਰਟ ਟੂ ਵਿਚ ਇਹ ਡਿਗਰੀ ਇਜ਼ ਸੈਂਟ ਫਾਰ ਦਾ ਐਗਜ਼ੀਕਿਊਸ਼ਨ ਸ਼ੈਲ ਸਰਟੀਫਾਈ ਟੂ ਦਾ ਕੋਰਟ ਵਿਚ ਪਾਸ ਇਟ। ਜਿਹੜੀ ਕੋਰਟ ਨੇ ਪਾਸ ਕੀਤੀ ਸੀ ਡਿਗਰੀ, ਦਾ ਫੈਕਟ ਆਫ ਸੱਚ ਐਗਜ਼ੀਕਿਊਸ਼ਨ, ਉਹਦੇ ਫੈਕਟ ਕੀ ਨੇ, ਡਿਗਰੀ ਕਿੰਨੀ ਐਗਜ਼ੀਕਿਊਟ ਕੀਤੀ ਹੈ। ਮੰਨ ਲਓ ਕਿਸੇ ਨੇ 50 ਲੱਖ ਰੁਪਏ ਲੈਣਾ ਸੀਗਾ, 10 ਲੱਖ ਰੁਪਏ ਤੱਕ ਦੀ ਐਗਜ਼ੀਕਿਊਸ਼ਨ ਹੋ ਗਈ, ਠੀਕ ਹੈ। ਐਗਜ਼ੀਕਿਊਟਿੰਗ ਕੋਰਟ ਕੋਲੇ ਉਨੀ ਕੁ ਪ੍ਰਾਪਰਟੀ ਸੀ ਉਹਦੀ, ਜਿਹਦੇ ਤੋਂ 10 ਲੱਖ ਰੁਪਏ ਪੂਰਾ ਹੋ ਗਿਆ, ਤਾਂ ਕੋਰਟ ਲਿਖ ਕੇ ਭੇਜੇਗੀ ਵੀ ਅੱਜ ਇਹਦੀ ਜਿਹੜੀ ਪ੍ਰਾਪਰਟੀ ਸੀ ਮੈਂ ਇਹਦੀ ਆਕਸ਼ਨ ਕਰਤੀ, ਸੇਲ ਕਰ ਦਿੱਤੀ, 10 ਲੱਖ ਰੁਪਏ ਦੀ ਰਿਕਵਰੀ ਹੋਈ ਹੈ, ਤੇ ਇੰਨੀ ਜਿਹੜੀ ਡਿਗਰੀ ਹੈ ਸੈਟੀਸਫਾਈ ਹੋਈ ਹੈ 10 ਲੱਖ ਰੁਪਏ ਤੱਕ ਦੀ, ਉਹ ਸਾਰੀ ਰਿਕਾਰਡ ਬਣਾ ਕੇ ਉਹ ਕੋਰਟ ਨੂੰ ਕੰਸਰਨ ਕੋਰਟ ਨੂੰ ਭੇਜੇਗੀ, ਤਾਂ ਕਿ ਜਿਹੜੀ ਸੰਬੰਧਿਤ ਕੋਰਟ ਹੈ ਜਿੱਥੋਂ ਡਿਗਰੀ ਆਈ ਸੀਗੀ, ਉਹ ਬਾਕੀ ਦੀ ਜਿਹੜੀ ਅਮਾਊਂਟ ਹੈ ਉਹ ਫਿਰ ਡਿਗਰੀ ਹੋਲਡਰ ਦੱਸੇਗਾ ਵੀ ਇਹਦੀ ਬਾਕੀ ਪ੍ਰਾਪਰਟੀ ਕਿੱਥੇ ਪਈ ਹੈ, ਕਿੱਥੋਂ ਮੇਰੀ ਡਿਗਰੀ ਪੂਰੀ ਸੈਟੀਸਫਾਈ ਹੋ ਸਕਦੀ ਹੈ। ਪਾਸ ਇਟ or where the former court fails to execute the same। ਜੇਕਰ ਡਿਗਰੀ ਐਗਜ਼ੀਕਿਊਟ ਨਹੀਂ ਹੋਈ, ਰੀਜ਼ਨ ਕੋਈ ਵੀ ਹੋ ਸਕਦਾ ਹੈ, ਤਾਂ ਫਿਰ ਕੋਰਟ ਲਿਖ ਕੇ ਭੇਜੇਗੀ ਓਰੀਜਨਲ ਕੋਰਟ ਨੂੰ ਜਿੱਥੋਂ ਡਿਗਰੀ ਆਈ ਸੀ ਵੀ ਇਹ ਕਾਰਨ ਹੈਗੇ ਆ ਜਿਸ ਕਰਕੇ ਜਿਹੜੀ ਡਿਗਰੀ ਹੈ ਇੱਥੇ ਐਗਜ਼ੀਕਿਊਟ ਨਹੀਂ ਹੋ ਸਕਦੀ। ਰੀਜ਼ਨ ਕੀ ਨੇ, ਕਿਉਂ ਨਹੀਂ ਐਗਜ਼ੀਕਿਊਟ ਕੀਤੀ ਜਾ ਸਕਦੀ ਕੋਰਟ ਇਹ ਡਿਗਰੀ, ਇੱਥੇ ਕੀ ਕਾਰਨ ਹੈਗਾ, ਉਹ ਆਪਣੇ ਕਾਰਨ ਦੱਸਦੇ ਹੋਏ ਜਿਹੜੀ ਹੈਗੀ ਹੈ ਆਪਣੀ ਸਰਟੀਫਿਕੇਟ ਭੇਜੇਗੀ ਕੋਰਟ ਦੇ ਵਿੱਚ। ਸੈਕਸ਼ਨ 42 ਪਾਵਰਸ ਆਫ ਦਾ ਕੋਰਟ ਇਨ ਐਗਜ਼ੀਕਿਊਟਿੰਗ ਟ੍ਰਾਂਸਫਰ ਡਿਗਰੀ। ਪਾਵਰਸ ਆਫ ਕੋਰਟ ਇਨ ਐਗਜ਼ੀਕਿਊਟਿੰਗ ਟ੍ਰਾਂਸਫਰ ਡਿਗਰੀ, ਜਿਸ ਕੋਰਟ ਨੂੰ ਕੋਈ ਡਿਗਰੀ ਟ੍ਰਾਂਸਫਰ ਹੋ ਕੇ ਆਈ ਹੈ, ਐਗਜ਼ੀਕਿਊਟ ਕਰਨ ਦੀ ਖਾਤਰ, ਤਾਂ ਉਹਦੀਆਂ ਕੀ ਪਾਵਰਸ ਹੁੰਦੀਆਂ ਨੇ, ਉਹਦੇ ਕੋਲ ਕਿਹੜੀਆਂ ਪਾਵਰਸ ਹੁੰਦੀਆਂ? ਸ਼ੈਲ ਹੈਵ ਦਾ ਸੇਮ ਪਾਵਰ ਇਨ ਐਗਜ਼ੀਕਿਊਟਿੰਗ ਸੱਚ ਡਿਗਰੀ ਐਜ਼ ਇਫ ਇਟ ਹੈਡ ਬੀਨ ਪਾਸਡ ਬਾਈ ਇਟਸੈਲਫ। ਉਸ ਕੋਰਟ ਕੋਲ ਜਿਹੜੀ ਕੋਰਟ ਡਿਗਰੀ ਨੂੰ ਐਗਜ਼ੀਕਿਊਟ ਕਰ ਰਹੀ ਹੈ ਉਹਦੇ ਕੋਲ ਉਹੀ ਪਾਵਰਾਂ ਹੁੰਦੀਆਂ ਨੇ ਜਿਹੜੀਆਂ ਮੇ ਵੀ ਉਸਨੇ ਕੋਰਟ ਨੇ ਡਿਗਰੀ ਖੁਦ ਪਾਸ ਕੀਤੀ ਹੋਈ ਹੋਵੇ, ਠੀਕ ਹੈ। ਇਸ ਦੀ ਕਿ ਪ੍ਰਜ਼ਿਊਮ ਕਰਕੇ ਵੀ ਹਾਂ ਇੱਕ ਡਿਗਰੀ ਮੇਰੀ ਕੋਰਟ ਵੱਲੋਂ ਹੀ ਪਾਸ ਕੀਤੀ ਗਈ ਹੈ, ਜਿੰਨੀਆਂ ਪਾਵਰਾਂ ਕੋਰਟ ਕੋਲੇ ਹੁੰਦੀਆਂ ਨੇ ਉਨੀਆਂ ਪਾਵਰਾਂ ਹੀ ਇੱਥੇ ਯੂਟਿਲਾਈਜ਼ ਕੀਤੀਆਂ ਜਾਂਦੀਆਂ ਨੇ। ਆਲ ਪਰਸਨ ਡਿਸੋਵਿੰਗ ਔਰ obstructing ਦਾ ਐਗਜ਼ੀਕਿਊਸ਼ਨ ਆਫ ਦਾ ਡਿਗਰੀ ਸ਼ੈਲ ਬੀ ਪੁਨਿਸ਼ੇਬਲ। ਕੋਈ ਵੀ ਵਿਅਕਤੀ ਜਿਹੜਾ ਕੋਈ obstruct ਕਰਦਾ ਕੋਰਟ ਨੂੰ ਡਿਗਰੀ ਐਗਜ਼ੀਕਿਊਟ ਕਰਨ ਵੇਲੇ, ਕੋਈ obstruct ਕਰਦਾ ਹੈ, ਕੋਈ ਅਧਿਕਾਰੀ ਜਾਂਦਾ ਹੈ ਮੌਕੇ ਤੇ, ਕੋਈ ਤਹਿਸੀਲਦਾਰ ਜਾਂ ਰੈਵਨਿਊ ਆਫੀਸਰ ਜਾਂਦਾ ਹੈਗਾ, ਠੀਕ ਹੈ, ਉਹ ਡਿਗਰੀ ਨੂੰ ਐਗਜ਼ੀਕਿਊਟ ਕਰਨ ਦੀ ਖਾਤਰ ਕੋਰਟ ਦੇ ਐਗਜ਼ੀਕਿਊਟਿੰਗ ਕੋਰਟ ਦੇ ਆਰਡਰ ਦੇ ਰਾਹੀਂ ਕੋਈ ਵਿਅਕਤੀ ਉੱਥੇ ਫਿਰ obstruction ਕਰਦਾ ਹੈ, ਦੰਗਾ ਫਸਾਦ ਕਰਦਾ ਹੈ, ਉਹ ਵਿਅਕਤੀ ਜਿੰਨਾ ਵੀ ਪੁਨਿਸ਼ੇਬਲ ਹੋਏਗਾ
ਜਿੰਨੇ ਅਧਿਕਾਰ ਇਸ ਕੋਰਟ ਨੂੰ ਹੋਣਗੇ, ਜੇ ਕੋਈ ਡਿਗਰੀ ਬਾਹਰੋਂ ਆਈ ਹੈ ਤਾਂ ਉਨੇ ਹੀ ਅਧਿਕਾਰ ਇਸ ਕੋਰਟ ਨੂੰ ਉਸ ਡਿਗਰੀ ਦੇ ਸੰਬੰਧ ਵਿੱਚ ਵੀ ਹੋਣਗੇ ਅਜਰਾਈ ਕਰਨ ਦੀ ਖਾਤਰ। ਉਹ ਵਿਅਕਤੀ ਜਿਹੜਾ ਹੈਗਾ ਪਨਿਸ਼ੇਬਲ ਹੋਏਗਾ by such court in the same manner as if it had been passed the degree। ਸੇਮ ਰੂਲ ਅਪਲਾਈ ਹੋਣਗੇ ਜਿਹੜੇ ਇਸ ਕੋਰਟ ਦੇ ਵਿੱਚ ਰੂਲ ਹੈਗੇ ਆ। ਜੇ ਕੋਈ ਡਿਗਰੀ ਬਾਹਰੋਂ ਵੀ ਆਈ ਹੈ ਅਜਰਾਈ ਕਰਨ ਦੀ ਖਾਤਰ, ਸੇਮ ਰੂਲ ਅਪਲਾਈ ਹੋਣਗੇ। सबसेक्शन 2 ਚ ਕੀ ਕਿਹਾ ਗਿਆ ਹੈ? The powers of the court under that subsection shall include the following powers। ਇਹਦੇ ਨਾਲ ਜਿਹੜੀਆਂ ਪਾਵਰਾਂ ਸਬਸੈਕਸ਼ਨ 3 ਦੱਸੀਆਂ, ਇਹਦੇ ਨਾਲ ਨਾਲ ਇਹ ਪਾਵਰਾਂ ਵੀ ਹੈਗੀਆਂ ਕੋਰਟ ਦੇ ਕੋਲੇ। ਇਸ ਤੋਂ ਵੱਖਰੀਆਂ ਵੱਖਰੀਆਂ ਇਹ ਪਾਵਰਾਂ ਵੀ ਨਾਲ ਨਾਲ ਇਹਦੇ ਕੋਲ ਹੈ। ਕੀ? ਪਾਵਰ ਟੂ ਸੈਂਡ ਦਾ ਡਿਗਰੀ ਫਾਰ ਐਗਜ਼ੀਕਿਊਸ਼ਨ ਟੂ ਅਨਦਰ ਕੋਰਟ। ਮਤਲਬ ਇਹ ਜਿਹੜੀ ਪਾਵਰ ਹੈਗੀ ਹੈ, ਇਹ ਆਪਦੀ ਕਿਸੇ ਸਬਆਰਡੀਨੇਟ ਕੋਰਟ ਨੂੰ ਵੀ ਡਿਗਰੀ ਭੇਜੀ ਜਾ ਸਕਦੀ ਹੈ ਐਗਜ਼ੀਕਿਊਸ਼ਨ ਦੇ ਲਈ। ਜੇ ਕਿਸੇ ਐਗਜ਼ੀਕਿਊਟਿੰਗ ਕੋਰਟ ਦੀ ਕੋਈ ਡਿਗਰੀ ਆ ਗਈ ਤਾਂ ਪਾਵਰ ਟੂ ਸੈਂਡ ਦਾ ਡਿਗਰੀ ਫਾਰ ਐਗਜ਼ੀਕਿਊਸ਼ਨ ਟੂ ਅਨਦਰ ਕੋਰਟ ਅੰਡਰ ਸੈਕਸ਼ਨ 39। ਸੈਕਸ਼ਨ 39 ਅਸੀਂ ਪੜ੍ਹ ਕੇ ਗਏ ਹਾਂ ਉੱਪਰ, ਠੀਕ ਹੈ। ਫਿਰ ਪਾਵਰ ਟੂ ਐਗਜ਼ੀਕਿਊਟ ਦਾ ਡਿਗਰੀ ਅਗੇਂਸਟ ਦਾ ਲੀਗਲ ਐਲਾਰਸ ਆਫ ਦਾ ਡਿਸੀਜ਼ਡ। ਜਿਹੜਾ ਬੰਦਾ ਮਰ ਗਿਆ, ਕੋਈ ਜੇਡੀ ਸੀਗਾ, ਉਹਦੀ ਡੈਥ ਹੋ ਗਈ, ਉਹਦੇ ਜਿਹੜੇ ਐਲਆਰਸ ਨੇ ਉਹਨਾਂ ਦੇ ਅਗੇਂਸਟ ਵੀ ਜਿਹੜੀ ਡਿਗਰੀ ਹੈ ਉਸ ਨੂੰ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਦੈਨ ਪਾਵਰ ਟੂ ਆਰਡਰ ਅਟੈਚਮੈਂਟ ਆਫ ਅ ਡਿਗਰੀ। ਪਾਵਰ ਟੂ ਆਰਡਰ ਅਟੈਚਮੈਂਟ ਆਫ ਅ ਡਿਗਰੀ। ਡਿਗਰੀ ਦੀ ਵੀ ਅਟੈਚਮੈਂਟ ਕੀਤੀ ਜਾ ਸਕਦੀ ਹੈ। ਇੱਥੇ ਦਾ ਮਤਲਬ ਕੀ ਹੈ? ਡਿਗਰੀ ਅਟੈਚ ਕਰਨਾ। ਪ੍ਰੋਪਰਟੀ ਦਾ ਅਟੈਚ ਹੁੰਦੀ ਹੈ, ਡਿਗਰੀ ਅਟੈਚ ਕਿਵੇਂ ਹੁੰਦੀ ਹੈ? ਮੰਨ ਲਓ ਇਹ ਇੱਥੇ ਡਿਗਰੀ ਹੋਲਡਰ ਹੈ, ਜਿਹੜਾ ਬੀ ਹੈ ਉਹ ਜੇਡੀ ਹੈ। ਜੇਡੀ ਕੋਲੇ ਕੋਈ ਡਿਗਰੀ ਪਾਸ ਹੋਈ ਵੀ ਹੈ, ਉਹਦੇ ਹੱਕ 'ਚ ਵੀ ਕੋਈ ਡਿਗਰੀ ਪਾਸ ਹੋਈ ਵੀ ਹੈ, ਠੀਕ ਹੈ। ਉਹਨੇ ਵੀ ਕਿਸੇ ਤੋਂ ਪੇਮੈਂਟ ਲੈਣੀ ਹੈ ਤਾਂ ਜਿਹੜੀ ਉਹਦੀ ਡਿਗਰੀ ਪਾਸ ਹੋਈ ਵੀ ਉਹਦੇ ਹੱਕ ਦੇ ਵਿੱਚ ਉਹਨੂੰ ਵੀ ਅਟੈਚ ਕੀਤਾ ਜਾ ਸਕਦਾ ਹੈ। ਸਬਸੈਕਸ਼ਨ 3, a court passing an order in exercising of the powers specified in section 2 shall send a copy thereof। ਜੋ ਵੀ ਕੋਰਟ ਵੱਲੋਂ ਕਾਰਵਾਈ ਕੀਤੀ ਗਈ ਹੈ ਇਦਾਂ ਦੀ ਸਬਸੈਕਸ਼ਨ 2 ਦੇ ਵਿੱਚ ਜੋ ਵੀ ਕੋਰਟ ਵੱਲੋਂ ਕਾਰਵਾਈ ਕੀਤੀ ਜਾਵੇਗੀ, ਉਹ ਓਰੀਜਨਲ ਕੋਰਟ ਨੂੰ ਉਹਦੀ ਰਿਪੋਰਟ ਜਿਹੜੀ ਹੈਗੀ ਹੈ ਭੇਜੀ ਜਾਂਦੀ ਹੈ ਜਿੱਥੋਂ ਡਿਗਰੀ ਆਈ ਸੀਗੀ। ਪਰ ਇਹਦੇ ਵਿੱਚ ਕੁਝ ਬਾਰ ਦਿੱਤੀਆਂ ਗਈਆਂ ਨੇ। ਸਬਸੈਕਸ਼ਨ 4 ਦੇ ਵਿੱਚ ਵੀ ਜਿਹੜੀ ਐਗਜ਼ੀਕਿਊਟਿੰਗ ਕੋਰਟ ਹੈ ਇਹ ਕੰਮ ਨਹੀਂ ਕਰ ਸਕਦੀ। court to which degree is sent for execution any of the following powers, namely powers to order execution at the instance of the transferee of a degree, in the case of a degree passed against firm, power to grant leave to such degree against any person other than such person। ਜੇ ਕਿਸੇ ਫਰਮ ਦੇ ਅਗੇਂਸਟ ਕੋਈ ਡਿਗਰੀ ਪਾਸ ਹੋਈ ਵੀ ਹੈ ਤਾਂ ਉੱਥੇ ਮਤਲਬ ਕਿ ਆਪਦੀ ਮਰਜ਼ੀ ਦੇ ਨਾਲ ਕਿਸੇ ਹੋਰ ਦੇ ਖਿਲਾਫ ਕੋਈ ਬੰਦੇ ਨੂੰ, ਹੋਰ ਨੂੰ, ਕਿਸੇ ਨੂੰ, ਜੋ ਵੀ ਅਥੋਰਾਈਜ਼ ਪਰਸਨ ਹੈਗਾ ਜਿਸ ਨੂੰ ਫਰਮ ਦਾ ਕੋਈ ਫਰਮ ਦੇ ਬੇਸ ਤੇ ਅਥਾਰਟੀ ਲੈਟਰ ਹੈਗੀ ਆ, ਅਥੋਰਾਈਜ਼ ਜਿਹੜਾ ਪਰਸਨ ਹੈਗਾ ਉਹਦੇ ਖਿਲਾਫ ਹੀ ਡਿਗਰੀ ਪਾਸ ਕੀਤੀ ਕਾਰਵਾਈ ਕੀਤੀ ਜਾ ਸਕਦੀ। ਕਿਸੇ ਹੋਰ ਬੰਦੇ ਦੇ ਖਿਲਾਫ ਜਿਹੜੀ ਕਾਰਵਾਈ ਨਹੀਂ ਕੀਤੀ ਜਾ ਸਕਦੀ। Section 43, execution of decree passed by the civil courts in places to which this court does not extend। Execution of decree passed by the civil courts in places to which this court does not extend। Execution of decree passed by the civil courts in places which this court does not extend। ਜਿੱਥੇ ਇਹ ਜਿਹੜਾ ਇਹ ਕੋਡ ਹੈ ਉਹ ਐਕਸਟੈਂਡ ਨਹੀਂ ਕਰਦਾ, ਲਾਗੂ ਨਹੀਂ ਹੈਗਾ। Execution of a degree passed by the civil courts in places to which ਕਿਸੇ ਹੋਰ ਕੋਰਟ ਨੇ ਜਿੱਥੇ ਇਹ CPC ਲਾਗੂ ਨਹੀਂ ਹੁੰਦੀ, ਉਸਨੇ ਕੋਈ ਡਿਗਰੀ ਪਾਸ ਕੀਤੀ ਹੈ, ਐਗਜ਼ੀਕਿਊਸ਼ਨ ਲਈ ਕਿਤੇ ਹੋਰ ਆ ਜਾਂਦੀ ਹੈ, ਠੀਕ ਹੈ। ਤਾਂ ਉਹਦਾ ਕੀ ਕਾਰਵਾਈ ਹੋਏਗੀ? ਵੀ CPC ਤਾਂ ਉੱਥੇ ਲਾਗੂ ਨਹੀਂ ਸੀ ਹੁੰਦੀ, ਪਰ ਡਿਗਰੀ ਐਗਜ਼ੀਕਿਊਸ਼ਨ ਦੇ ਲਈ ਇੱਥੇ ਆ ਗਈ।
may be executed in the manner herein provided within the jurisdiction of any court in the territories to which this court extend। ਜਿੱਥੇ ਇਹ ਕੋਰਟ ਐਕਸਟੈਂਡ ਕਰਦਾ ਹੈਗਾ ਉਹ ਐਗਜ਼ੀਕਿਊਟਿੰਗ ਕੋਰਟ ਹੈ, ਉਹ ਆਪਣੇ ਇਸ ਸੀਪੀਸੀ ਦੇ ਅਕੋਰਡਿੰਗ ਫਿਰ ਉਸ ਡਿਗਰੀ ਦੀ ਅਜ਼ਰਾਈ ਕਰਾਏਗੀ। ਯਾਨੀ ਕਿ ਸਾਰੀਆਂ ਪ੍ਰੋਸੀਡਿੰਗ ਐਗਜ਼ੀਕਿਊਸ਼ਨ ਦੀਆਂ ਪ੍ਰੋਪਰਟੀ ਅਟੈਚ ਕਰਨੀ, ਸੇਲ ਕਰਨੀ, ਠੀਕ ਹੈ, ਉਹ ਕੀਤੀ ਜਾ ਸਕਦੀ ਹੈ। फिर है सेक्शन 44 एग्जीक्यूशन ऑफ डिक्री पास्ड बाय रेवेन्यू कोर्ट्स इन प्लेस टू विच दिस कोड डज नॉट एक्सटेंड। कोई रेवेन्यू कोर्ट है, किसी होर स्टेट ਦੇ ਵਿੱਚ रेवेन्यू कोर्ट ਵੱਲੋਂ ਕੋਈ डिग्री पास हो गई, पर ਉੱਥੇ ਇਹ ਜਿਹੜਾ ਐਕਟ ਹੈ CPC ਲਾਗੂ नहीं ਹੁੰਦਾ ਹੈਗਾ, और डिग्री पास हो के आ गई एग्जीक्यूशन ਦੀ ਖਾਤਰ ਸਾਡੇ ਕੋਲੇ, ਜਿੱਥੇ ਇਹ ਐਕਟ ਲਾਗੂ ਹੁੰਦਾ ਹੈ ਤਦ ਵੀ ਜਿਹੜੀ ਐਗਜ਼ੀਕਿਊਸ਼ਨ ਉਹਦੀ ਕੀਤੀ ਜਾ ਸਕਦੀ ਹੈ। ਇਹ ਕੀ ਹੈਗਾ ਸਿੰਪਲ ਇਹਦੇ ਵਿੱਚ। Next is section 44 execution of degree passed by the revenue courts in places to which okay. Section 44A execution of degree passed by the courts in reciprocatory territory। reciprocatory territory ਕੀ ਕਹਾਂਗੇ? reciprocating territory ਇੱਕ ਕੰਟਰੀ ਦਾ ਦੂਜੀ ਕੰਟਰੀ ਨਾਲ ਟ੍ਰੀਟੀ ਹੋਈ ਹੁੰਦੀ ਹੈ, ਸਮਝੌਤਾ ਹੋਇਆ ਹੁੰਦਾ ਹੈ। ਮਤਲਬ ਕਿ ਵੀ ਤੁਸੀਂ ਤੁਹਾਡੇ ਜਿਹੜੇ ਕੋਰਟਾਂ ਦੇ ਆਰਡਰ ਅਸੀਂ ਐਗਜ਼ੀਕਿਊਟ ਕਰਵਾਵਾਂਗੇ ਜਾਂ ਤੁਹਾਡੇ ਕੋਰਟਾਂ ਦੇ ਆਰਡਰ ਅਸੀਂ ਐਗਜ਼ੀਕਿਊਟ ਕਰਵਾਵਾਂਗੇ। ਇੱਕ ਦੂਜੀ ਕੰਟਰੀ ਦੀ ਆਪਸ ਵਿੱਚ ਐਗਰੀਮੈਂਟ ਹੋਇਆ ਹੁੰਦਾ, ਸਮਝੌਤਾ ਹੋਇਆ ਹੁੰਦਾ, ਕਿਸੇ ਕੰਟਰੀ ਦਾ ਹੋਇਆ ਹੁੰਦਾ, ਕਿਸੇ ਕੰਟਰੀ ਦਾ ਨਹੀਂ ਹੋਇਆ ਹੁੰਦਾ। ਜਿਹਨਾਂ ਕੰਟਰੀਆਂ ਦੇ ਸਮਝੌਤੇ ਆਪਸ ਵਿੱਚ ਹੋਏ ਹੁੰਦੇ ਨੇ ਉੱਥੇ ਲੈਣ ਦੇਣ ਵੀ ਹੋ ਜਾਂਦਾ। ਉੱਥੇ ਜਿਵੇਂ ਕੋਈ ਬੰਦਾ ਕੋਈ ਜੁਰਮ ਕਰਕੇ ਉਸ ਕੰਟਰੀ 'ਚ ਭੱਜ ਗਿਆ ਤਾਂ ਉਹਦੀ ਜਿਹੜੀ ਹੈਗੀ ਹੈ ਉਹਦੀ ਐਕਸਟ੍ਰਾਡੀਸ਼ਨ ਹੋ ਜਾਂਦੀ ਹੈ, ਉਹ ਕੰਟਰੀ ਕੋਲ ਐਪਲੀਕੇਸ਼ਨ ਭੇਜੀ ਜਾਂਦੀ ਹੈ ਕੰਟਰੀ ਵੱਲੋਂ, ਤਾਂ ਜਿਹੜੀ ਉਹ ਕੰਟਰੀ ਹੈਗੀ ਉਸ ਜਿਹੜਾ ਮੁਜਰਮ ਹੁੰਦਾ ਉਸਨੂੰ ਦੂਜੇ ਕੰਟਰੀ ਨੂੰ ਦੇ ਦਿੰਦੀ ਹੈ। ਇਹ ਹੁੰਦੇ ਨੇ ਰੈਸੀਪਰੋਕੇਟਿੰਗ ਜਾਂ ਟੈਰੀਟਰੀਆਂ ਦੇ ਆਪਸ ਵਿੱਚ ਐਗਰੀਮੈਂਟ ਹੋਏ ਹੁੰਦੇ ਨੇ, ਕੰਟਰੀ ਟੂ ਕੰਟਰੀ ਐਗਰੀਮੈਂਟ ਹੋਏ ਨੇ, ਉਹ ਉਸ ਦੇ ਅਕੋਰਡਿੰਗ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ। ਇਸੇ ਤਰੀਕੇ ਜੇ ਇੱਕ ਕੰਟਰੀ ਦੀ ਦੂਜੀ ਕੰਟਰੀ ਦੇ ਵਿੱਚ ਕੋਈ ਡਿਗਰੀ ਪਾਸ ਕੀਤੀ ਹੋਈ ਐਗਜ਼ੀਕਿਊਟ ਕਰਵਾਉਣੀ ਉਹ ਤਦ ਹੀ ਕੀਤੀ ਜਾਂਦੀ ਹੈ ਜਦੋਂ ਕੰਟਰੀ ਦਾ ਆਪਸ ਵਿੱਚ ਕੋਈ ਸਮਝੌਤਾ ਹੋਇਆ ਹੁੰਦਾ ਹੈ। Subsection 44 ਦਾ A ਕੀ ਕਹਿੰਦਾ ਹੈ ਵੀ reciprocating there is certified copy of a degree of any superior court any reciprocating territory has been filed in the district court। ਜਦੋਂ ਕੋਈ ਇਦਾਂ ਦੀ ਡਿਗਰੀ ਮੰਨ ਲਓ ਕਿਸੇ ਹੋਰ ਕੰਟਰੀ 'ਚ ਪਾਸ ਹੋ ਕੇ ਆਈ ਹੈ, ਠੀਕ ਹੈ, ਤਾਂ ਉਹ ਇੰਡੀਆ 'ਚ ਲਾਗੂ ਕਰਨੀ ਹੈ ਤਾਂ ਡਿਸਟ੍ਰਿਕਟ ਕੋਰਟ 'ਚ ਅਰਜ਼ੀ ਦਿੱਤੀ ਜਾਂਦੀ ਹੈ, ਡਿਗਰੀ ਦੀ ਕਾਪੀ ਨਾਲ ਲਗਾ ਕੇ ਡਿਸਟ੍ਰਿਕਟ ਕੋਰਟ 'ਚ ਪੇਸ਼ ਕਰਨੀ ਹੁੰਦੀ ਹੈ। ਜਿਸ ਡਿਸਟ੍ਰਿਕਟ ਜਿਵੇਂ ਮੰਨ ਲਓ ਇੰਡੀਆ 'ਚ ਕੋਈ ਡਿਗਰੀ ਲਾਗੂ ਕਰਨੀ ਕਿਸੇ ਹੋਰ ਕੰਟਰੀ ਦੀ, ਠੀਕ ਹੈ, ਇੰਡੀਆ ਦੇ ਕਿਸ ਡਿਸਟ੍ਰਿਕਟ ਦੇ ਵਿੱਚ ਉਹ ਪ੍ਰੋਪਰਟੀ ਫਾਲ ਕਰਦੇ ਜਿੱਥੇ ਡਿਗਰੀ ਲਾਗੂ ਹੋਣੀ ਹੈ ਤਾਂ ਉਸ ਡਿਸਟ੍ਰਿਕਟ ਕੋਰਟ ਦੇ ਵਿੱਚ ਜਿਹੜੀ ਅਰਜ਼ੀ ਦਿੱਤੀ ਜਾਏਗੀ ਤੇ ਨਾਲ ਡਿਗਰੀ ਦੀ ਕਾਪੀ ਲਗਾਈ ਜਾਵੇਗੀ। district court the degree may be executed in India as if it had been passed by the district court। ਉਹ ਇਸੇ ਤਰੀਕੇ ਫਿਰ ਲਾਗੂ ਕੀਤੀ ਜਾਵੇਗੀ, ਇਸੇ ਤਰੀਕੇ ਐਗਜ਼ੀਕਿਊਟ ਕੀਤੀ ਜਾਵੇਗੀ ਜਿਵੇਂ ਉਸੇ ਡਿਸਟ੍ਰਿਕਟ ਕੋਰਟ ਨੇ ਉਸ ਡਿਗਰੀ ਨੂੰ ਪਾਸ ਕੀਤਾ ਗਿਆ ਹੋਵੇ। ਫਿਰ together with the certified copy of the degree shall be filed a certificate from such superior court stating the extent if any to which the degree has been satisfied। Proceeding under this section be conclusive proof of the extent of satisfaction or adjustment। ਉਹ ਡਿਗਰੀ ਦੇ ਨਾਲ ਸਰਟੀਫਿਕੇਟ ਲੱਗਿਆ ਹੋਏਗਾ ਵੀ ਇਹ ਜਿਹੜੀ ਡਿਗਰੀ ਪਾਸ ਹੋਈ ਵੀ ਹੈ ਇਹਦੇ ਵਿੱਚੋਂ ਕਿੰਨੀ ਜਿਹੜੀ ਸੈਟੀਸਫਾਈ ਹੋ ਚੁੱਕੀ ਹੈ। ਮੰਨ ਲਓ ਡਿਗਰੀ ਆ ਕੋਈ 50 ਲੱਖ ਰੁਪਏ ਦੀ ਡਿਗਰੀ ਪਾਸ ਹੋਈ ਵੀ ਸੀਗੀ, ਉਹਦੇ ਨਾਲ ਸਰਟੀਫਿਕੇਟ ਲੱਗ ਕੇ ਆਏਗਾ ਵੀ ਇਹ ਡਿਗਰੀ ਪੂਰੀ ਦੀ ਪੂਰੀ ਹੀ ਐਗਜ਼ੀਕਿਊਟ ਕਰਨੀ ਹੈ। ਜਦ ਸਰਟੀਫਿਕੇਟ ਲੱਗ ਕੇ ਆਏਗਾ ਵੀ ਇਹਦੇ ਚੋਂ 25 ਲੱਖ ਰੁਪਏ ਦੀ ਐਗਜ਼ੀਕਿਊਸ਼ਨ ਹੋ ਚੁੱਕੀ ਹੈ, ਠੀਕ ਹੈ, ਸੈਟੀਸਫਾਈ ਹੋ ਚੁੱਕੀ ਹੈ, ਬਾਕੀ ਪਾਸ ਕਰਨੀ ਹੈਗੀ ਹੈ, ਉਹ ਉਸ ਨੂੰ ਜਿਹੜਾ ਕਨਕਲੂਸਿਵ ਪ੍ਰੂਫ ਮੰਨਿਆ ਜਾਏਗਾ ਵੀ ਹਾਂ ਠੀਕ ਹੈ ਜੋ ਇਹ ਲਿਖਿਆ ਹੋਇਆ ਸਰਟੀਫਿਕੇਟ 'ਚ ਇਹਦੇ ਮੁਤਾਬਕ ਜਿਹੜੀ ਡਿਗਰੀ ਹੈ ਬਾਕੀ ਦੀ ਡਿਗਰੀ ਐਗਜ਼ੀਕਿਊਟ ਕਰਨੀ ਹੈ। The provisions of section 47 shall as from filing of the certificate copy of the degree apply to the proceedings of a district executing court under ਮਤਲਬ ਕਿ ਜਦੋਂ ਡਿਸਟ੍ਰਿਕਟ ਕੋਰਟ ਦੇ ਵਿੱਚ ਜਿਹੜੀ ਡਿਗਰੀ ਆ ਗਈ ਤਾਂ ਸੈਕਸ਼ਨ 47 ਆਪਾਂ ਜਾ ਕੇ ਅੱਗੇ ਪੜਾਂਗੇ, ਉਹ ਜਿਹੜੀਆਂ ਕਾਰਵਾਈਆਂ ਹੈਗੀਆਂ ਸੈਕਸ਼ਨ 47 ਦੀਆਂ ਪ੍ਰੋਵੀਜ਼ਨਸ ਨੇ ਉਹ ਲਾਗੂ ਹੋਣਗੀਆਂ। ਡਿਸਟ੍ਰਿਕਟ ਕੋਰਟ ਸ਼ੈਲ ਰਿਫਿਊਜ਼ ਐਗਜ਼ੀਕਿਊਸ਼ਨ ਆਫ ਐਨੀ ਸਚ ਡਿਗਰੀ। ਜਿਹੜੀ ਡਿਸਟ੍ਰਿਕਟ ਕੋਰਟ ਹੈਗੀ ਹੈ ਜੇ ਉਹਨੂੰ ਲੱਗਦਾ ਵੀ ਨਹੀਂ ਇਹ ਜਿਹੜੀ ਡਿਗਰੀ ਹੈ ਇਹ ਐਗਜ਼ੀਕਿਊਟ ਨਹੀਂ ਕੀਤੀ ਜਾ ਸਕਦੀ ਤਾਂ ਡਿਸਟ੍ਰਿਕਟ ਕੋਰਟ ਰਿਫਿਊਜ਼ ਵੀ ਕਰ ਸਕਦੀ ਹੈ। ਇਫ ਇਟ ਇਜ਼ ਸ਼ੋਨ to the satisfaction of the court that the degree falls within any of the exceptions specified in clause A to F of section 13। ਸੈਕਸ਼ਨ 13 ਦੇ ਵਿੱਚ ਜਿਹੜੀਆਂ ਡਿਗਰੀਆਂ ਆਪਾਂ ਪਹਿਲਾਂ ਪੜ੍ਹ ਕੇ ਗਏ ਸੀ ਸੈਕਸ਼ਨ 13 ਵੀ ਕਿਹੜੀਆਂ ਡਿਗਰੀਆਂ ਜਿਹੜੀਆਂ ਹੈਗੀਆਂ ਉਹ ਦੂਜੀ ਕੰਟਰੀ ਜਾ ਕੇ ਮਤਲਬ ਕਿ ਲਾਗੂ ਨਹੀਂ ਹੁੰਦੀਆਂ। ਆਪਾਂ ਪਿੱਛੇ ਸੈਕਸ਼ਨ 13 ਪੜ੍ਹਿਆ ਸੀ, ਤੁਹਾਡੇ ਯਾਦ ਹੋਏਗਾ। ਜੇ ਉਹ ਸੈਕਸ਼ਨ 13 ਦੀਆਂ ਜਿਹੜੀਆਂ ਹੈਗੀਆਂ ਨੇ A to F
ਲਾਗੂ ਹੁੰਦੀਆਂ ਨੇ ਤਾਂ ਜਿਹੜੀ ਕੋਰਟ ਹੈਗੀ ਹੈ ਉਹ ਰਿਫਿਊਜ਼ ਵੀ ਕਰ ਸਕਦੀ ਹੈ ਵੀ ਡਿਗਰੀ ਅਸੀਂ ਇਸ ਨੂੰ ਐਗਜ਼ੀਕਿਊਟ ਨਹੀਂ ਕਰ ਸਕਦੇ। ਰੀਜ਼ਨ ਜਿੱਥੋਂ ਪਤਾ ਲੱਗਾ ਵੀ ਇਹ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ, ਜਾਂ ਫਿਰ ਇਹ ਜਾਣਬੁੱਝ ਕੇ ਗਲਤ ਤਰੀਕੇ ਨਾਲ ਲਈ ਗਈ ਹੈ, ਜਾਂ ਇੰਡੀਆ ਦੇ ਵਿੱਚ ਇਹ ਐਕਟ ਲਾਗੂ ਹੀ ਨਹੀਂ ਹੁੰਦਾ ਹੈਗਾ, ਐਦਾਂ। ਇਹ ਐਕਸਪਲੇਨੇਸ਼ਨ ਦਿੱਤੀ ਗਈ ਹੈ। ਰੈਸੀਪ੍ਰੋਕੇਟਿੰਗ ਟੈਰੀਟਰੀ ਕਿਹੜੀ ਹੁੰਦੀ ਹੈ? ਮੀਨਸ ਐਨੀ ਕੰਟਰੀ ਔਰ ਟੈਰੀਟਰੀ ਆਊਟਸਾਈਡ ਇੰਡੀਆ which the central government may by notification in the official gazette declare to be a reciprocating territory। तो सेंट्रल गवर्नमेंट आपका नोटिफिकेशन जारी करती है, ठीक है। नोटिफिकेशन जारी करके एक दूसरे कंट्री ਦੇ ਨਾਲ ਸਮਝੌਤੇ ਹੁੰਦੇ ਆ, ਉਸ ਨੂੰ ਰੈਸੀਪ੍ਰੋਕੇਟਿੰਗ ਟੈਰੀਟਰੀ ਕਿਹਾ ਜਾ ਸਕਦਾ ਹੈਗਾ। ਮਤਲਬ ਇੱਕ ਦੂਜੇ ਦੀ ਕਾਰਵਾਈ ਅਸੀਂ ਹੈਲਪ ਕਰਦੇ ਹਾਂ ਇੱਕ ਦੂਜੇ ਕੰਟਰੀ ਦੀ, ਮਤਲਬ ਇਹ ਕਿਹਾ ਹੈਗਾ ਇਹਦੇ ਵਿੱਚ। ਡਿਗਰੀ ਆਪਾਂ ਸਾਨੂੰ ਪਤਾ ਡਿਗਰੀ ਕੀ ਹੁੰਦੀ ਹੈ, ਜਜਮੈਂਟ ਕੀ ਹੁੰਦੀ ਹੈ। ਅੱਜ ਦਾ ਲੈਕਚਰ ਅਸੀਂ ਇੱਥੇ ਖਤਮ ਕਰਾਂਗੇ। ਕਿਸੇ ਦਾ ਕੋਈ ਕੁਐਸਚਨ ਹੈ ਕਰ ਸਕਦਾ ਹੈ ਜੀ। लेक्चर बंद कर दो, लेक्चर बंद कर दो। किस दा कोई क्वेश्चन कर सकता है जी। थोड़ा जिहा टफ तो है सब्जैक्ट ये, ठीक है, पर बार बार पढ़ना पेगा तुहानूं समझण दी खातर। एनी क्वेश्चन, एनी प्रॉब्लम कोई? हाँ जी, ठीक है जी साहब, कोई दिक्कत नहीं है? ठीक है जी, ठीक है जी, ठीक है सर, ठीक है जी। थोड़ा टफ ਤਾਂ ਲੱਗਦਾ ਹੈਗਾ, ਪਰ ਤੁਸੀਂ ਪ੍ਰੈਕਟੀਕਲ ਚ ਕਰਦੇ ਹੋ ਕੰਮ ਰੋਜ਼। ਇਹ ਤੁਹਾਡੇ ਰੋਜ਼ਮਰਰਾ ਦੇ ਕੰਮਾਂ ਦੇ ਵਿੱਚ ਇਹ ਕੰਮ ਜਿਹੜਾ ਹੈਗਾ ਸ਼ਾਮਲ ਆਉਂਦਾ, ਪਰ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਅਸੀਂ ਕਿਸ ਐਕਟ ਦੇ ਤਹਿਤ ਕਰ ਰਹੇ ਹਾਂ, ਕਿਸ ਕਾਨੂੰਨ ਦੇ ਤਹਿਤ ਕਰ ਰਹੇ ਹਾਂ, ਪਰ ਕੰਮ ਤੁਸੀਂ ਸਾਰੇ ਆਪਾਂ ਰੋਜ਼ ਕਰਦੇ ਹਾਂ, ਠੀਕ ਹੈ। ਇਹ ਸੀਪੀਸੀ ਦੇ ਤਹਿਤ ਹੀ ਕੰਮ ਕਰਦੇ ਹਾਂ। ਸਾਡਾ ਜਿਹੜਾ ਲੈਂਡ ਰੈਵਨਿਊ ਐਕਟ ਹੈ ਉਹ ਵੀ ਅਸੀਂ, ਮੈਂ ਕਹਾਂਗਾ ਵੀ ਜਿਹੜਾ ਅਸੀਂ ਬਹੁਤ ਸਾਰਾ ਜਿਹੜਾ ਸਾਡਾ ਮਟੀਰੀਅਲ ਉਹਦੇ ਵਿੱਚ ਹੈਗਾ ਇਸ ਸੀਪੀਸੀ ਤੋਂ ਹੀ ਲੈ ਕੇ ਜਿਹੜਾ ਉਹ 'ਚ ਮਤਲਬ ਕਿ ਪਾਇਆ ਗਿਆ ਹੈ। ਲੈਂਡ ਰੈਵਨਿਊ ਐਕਟ ਦੇ ਵਿੱਚ ਬਹੁਤ ਸਾਰੀਆਂ ਕਾਰਵਾਈਆਂ ਜਿੱਥੇ ਸਾਡੇ ਲੈਂਡ ਰੈਵਨਿਊ ਐਕਟ ਦੇ ਵਿੱਚ ਨਹੀਂ ਹੁੰਦੀਆਂ ਤਾਂ ਅਸੀਂ ਸੀਪੀਸੀ ਦੇ ਅਗੇਂਸਟ ਕੰਮ ਕਰਦੇ ਹਾਂ, ठीक है जी। ओके, क्लास इज ओवर, थैंक यू वेरी मच।